ਹਾਂਜੀ बाणी गुरु ग्रंथ साहब जी महाराज गौड़ी की वार महला चौथा। गुर सिखा के मन पावदी, गुर सतगुर की वड्याई, गुर सिखा के मन पावंदी, गुर सतगुर की वड्याई। ये बाणी हजूर चौथे पातशाह गुरु रामदास जी महाराज जी की समय समय ते सतगुर सानू समझाते आए, चेताउंदे आए कि किहड़ी किहड़ी सोच या किहड़े किहड़े शंशे जिहड़े ने सानू गुरभगती दे विच अगे नहीं वधन दिंदे, जां सानू जो कीमती जीवन मिलिया है जिन्हों असीं नर तन कहने आ, इहदा पूरा फायदा नहीं उठाउण दिंदे। कुछ ना कुछ हर टाइम के उत्ते ही मन जिहड़ा आ ऐसी शैतानी करदा है कि जिहड़ा साडा कीमती टाइम जिहड़ा आ वो खराब कर दिंदा है। चाहिदा तो यही है कि जिहड़ा भी साडा सका, जिहड़ा साडा राखा हर जगह ते होवे, जिहड़ा सानू सब कुछ बख्श रिहा होवे, उसका हर वेले शुकराना, उसका हर वेले ध्यान ते हर वेले उन्होंने सिमरते रहना, ये जिहड़ा आ एक सिख का धर्म है। लेकिन मन माया का देश है, ऐसी माया जो खेल खेडदी है कि सानू अपने असल टिकाणे तो जिहड़ा आ परां कर दिंदी है। मैं कई बारी दस्सिया है कि संसारी तौर के उत्ते साडी कोई मदद कर दिंदा है किसी तरह के भी, असीं बड़े शुक्रगुजार हुंदे आ, असीं उहदा धन्नवाद करते हैं। होर तां होर कोई सानू सफ़र कर रहे होइए, छोटा सफ़र होवे, जिस तरह का मर्जी सफ़र होवे, सानू बस च ट्रेन दे विच जद जांदियां कि खड़े होइए, कोई कह देवे कि आज मेरी सीट के उत्ते तुसीं बैठ जाओ, तो असीं बड़ा धन्नवाद करते हैं, उहदा बड़ा शुक्रगुजार हुंदे आ। उतरन लग्गियां भी उन्होंने दोबारा तो फिर उन्होंने कहने कि बहुत तुहाडा धन्नवाद है, बड़ा याद रखते हैं। लेकिन जिहड़ा सानू जन्म तो पहलां तो लैके जिहड़ा पाल पोस रहा है, दुनिया ते आउण तो पहलां तो ही जिहड़ा साडे नाल चल रहा है, हमेशा साडे साह दे नाल साह लै रहा है, वो संत सतगुरु वो जिहड़ी ताकत है, ਉਹਦੇ ਵੱਲੋਂ ਇਹਦਾ ਮੁੱਖ ਜਿਹੜਾ ਆ ਹਮੇਸ਼ਾ ਹੀ ਮਾਇਆ ਜਿਹੜੀ ਆ ਕੋਈ ਨਾ ਕੋਈ ਐਸਾ ਬਹਾਨਾ ਬਣਾ ਕੇ ਫੇਰ ਦਿੰਦੀ ਹੈ। ਕਦੀ ਕੋਈ ਬਹਾਨਾ, ਕਦੀ ਕੋਈ ਬਹਾਨਾ, ਹਰ ਟਾਈਮ ਦੇ ਉੱਤੇ ਅਲੱਗ ਤੋਂ ਅਲੱਗ ਹੀ ਉਹ ਜਿਹੜੀ ਮਾਇਆ ਨੇ ਖੇਡ ਰਚੀ। ਔਰ ਜਿਹਦੇ ਨਾਲ ਪਿਆਰ ਹੋਣਾ ਚਾਹੀਦਾ ਹੈ, ਜਿਹਦੇ ਧੰਨਵਾਦੀ ਹੋਣਾ ਚਾਹੀਦਾ ਹੈ, ਜਿਹਦਾ ਹਰ ਵੇਲੇ ਸ਼ੁਕਰਾਨਾ ਹੋਣਾ ਚਾਹੀਦਾ ਹੈ, ਉਹਦੇ ਨਾਲ ਹੀ ਈਰਖਾ, ਉਹਦੇ ਨਾਲ ਦਵੇਸ਼, ਵੈਰ, ਵਿਰੋਧ ਅਸੀਂ ਰੱਖ ਬੈਠਦੇ ਹਾਂ। ਮਨ ਦੇ ਵਿੱਚ ਕਈ ਸ਼ੰਸ਼ੇ ਖੜੇ ਹੋ ਜਾਂਦੇ ਨੇ, ਔਰ ਇਹਨਾਂ ਅੱਖਾਂ ਦੇ ਨਾਲ, ਕਿਉਂਕਿ ਇਹ ਅੱਖਾਂ ਜਿਹੜੀਆਂ ਨੇ ਇਹ ਹੁਣ ਇਹਨਾਂ ਨੂੰ ਕੋਈ ਪਛਾਣ ਤਾਂ ਹੈ ਨਹੀਂ, ਇਹਨਾਂ ਕੋਈ ਇੰਨੀ ਤਾਕਤ ਹੈ ਨਹੀਂ ਕਿ ਉਸ ਰੱਬੀ ਤਾਕਤ ਨੂੰ, ਸਤਿਪੁਰਸ਼ ਨੂੰ ਇਹ ਪਹਿਚਾਣ ਸਕੇ। ਲੇਕਿਨ ਜੋ ਵੀ ਇਹਨੂੰ ਸਹਾਇਤਾ ਮਿਲਦੀ ਹੈ ਸਤਸੰਗ ਤੋਂ, ਬਾਣੀ ਤੋਂ, ਬਚਨਾਂ ਤੋਂ, ਉਹਨੂੰ ਇਹ ਸਮਝਦਾ ਨਹੀਂ। ਚਾਹੀਦਾ ਕੀ ਹੈ ਕਿ ਹਰ ਵੇਲੇ ਜਿਸ ਤਰ੍ਹਾਂ ਅਸੀਂ ਬਾਕੀ ਕੰਮਾਂ ਕਾਰਾਂ ਦੇ ਵਿੱਚ ਕੰਨ ਅੱਖਾਂ ਖੋਲ੍ਹ ਕੇ ਬੜੇ ਐਕਟਿਵ ਹੋ ਕੇ ਅਸੀਂ ਧਿਆਨ ਨਾਲ ਸੁਣਦੇ ਹਾਂ ਕਿ ਸਾਡਾ ਕੋਈ ਗੱਲ ਰਹਿ ਨਾ ਜਾਵੇ, ਇਸੇ ਤਰ੍ਹਾਂ ਹੀ ਸਤਸੰਗ ਦੇ ਵਿੱਚ ਵੀ ਚਾਹੀਦਾ ਕੀ ਹੈ
कि बड़े ध्यान दे नाल एक्टिव हो के बैठिए और जो भी सतगुਰਾਂ ਦੇ वचन आउंदे ने साडे वास्ते ही आउंदे ने, उन्हां नूं बड़े ध्यान नाल सुणीए ते उन्हां तों फायदा उठाईए। लेकिन मैं कई बारी जिस तरह दस्सिया है कि होर तां होर संगत दे विच आके भी मन जिहड़ा आ इह घट नहीं करदा। संगत ਦੇ ਵਿੱਚ ਆ ਕੇ ਵੀ ਮਨ ਜਿਹੜਾ ਆ ਆਪਣਾ ਕੰਮ ਕਰੀ ਜਾਂਦਾ ਹੈ। ਗੁਰੂ ਦੇ ਸਨਮੁਖ ਬੈਠ ਕੇ ਵੀ ਇਹਦਾ ਜਿਹੜਾ ਆਪਣਾ ਚੱਲਦਾ ਰਹਿੰਦਾ ਇਹਦਾ ਮੀਟਰ ਜਿਹੜਾ ਹੈ, ਇਹ ਕਦੀ ਇਹਦਾ ਬੰਦ ਨਹੀਂ ਹੁੰਦਾ। ਲੇਕਿਨ ਜੇ ਅਸੀਂ ਆਪਣਾ ਭਲਾ ਚਾਹੁੰਦੇ ਹਾਂ ਤੇ ਫਿਰ ਇੰਨਾ ਕੁ ਸੋਚ ਵਿਚਾਰ ਜ਼ਰੂਰ ਕਰਨਾ ਪਏਗਾ ਕਿ ਬਈ ਸਾਡਾ ਫਾਇਦੇ ਵਾਲਾ ਸੌਦਾ ਹੈ ਕਿਹੜਾ ਹੈ, ਕੌਣ ਸਾਨੂੰ ਮਦਦ ਦੇ ਰਿਹਾ ਹੈ, ਕਾਹਦੇ ਵਾਸਤੇ ਮਦਦ ਦੇ ਰਿਹਾ ਹੈ। ਨਹੀਂ ਤੇ ਸਤਸੰਗ ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਮੈਂ ਕਈ ਵਾਰੀ ਬੇਨਤੀ ਕਰਦਾ ਹੈ ਕਿ ਬਈ ਬੜੇ ਅਲਰਟ ਹੋ ਕੇ ਬੜੇ ਧਿਆਨ ਦੇ ਨਾਲ ਐਕਟਿਵ ਹੋ ਕੇ ਸਤਿਗੁਰਾਂ ਦੇ ਵਚਨ ਸ਼ਰਵਣ ਕਰੀਏ, ਪਰ ਮਨ ਮਾਇਆ ਦਾ ਇੱਕ ਜ਼ੋਰ ਹੈ, ਬਦੋ ਬਦੀ ਮਨ ਜਿਹੜਾ ਆ ਇੱਧਰ ਉੱਧਰ ਕਿਤੇ ਚਲੇ ਜਾਂਦਾ ਹੈ, ਆਪਣੇ ਸੋਚ ਵਿਚਾਰਾਂ ਦਾ ਕਰਦਾ ਹੈ ਔਰ ਕਿਤੇ ਨਾ ਕਿਤੇ ਬੈਠਿਆਂ ਕਈ ਵਾਰੀ ਜਿਸ ਤਰ੍ਹਾਂ ਕਹਿ ਦਿੰਦੇ ਆ ਕਿ ਨੀਂਦ ਆ ਜਾਂਦੀ ਹੈ, ਝੋਕ ਲੱਗ ਜਾਂਦੀ ਹੈ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਹੁਣ ਨੀਂਦ ਆ ਗਈ ਹੈ ਤਾਂ ਅਸੀਂ ਸੁੱਤੇ ਰਹਿਣਾ ਹੈ। ਜਦੋਂ ਅਸੀਂ ਕਿਤੇ ਗੱਡੀ 'ਚ ਵੀ ਸਫ਼ਰ ਕਰਦੇ ਹਾਂ ਨਾ, ਪਤਾ ਹੁੰਦਾ ਹੈ ਆਪਣੇ ਆਪ ਨੂੰ ਤਾਂ ਅਸੀਂ ਸਫ਼ਰ ਕਰਦੇ ਹਾਂ, ਕਹਿ ਦਿੰਦੇ ਹਾਂ ਆਪਣੇ ਨਾਲ ਦੇ ਬੰਦੇ ਨੂੰ, ਕਹਿ ਦਿੰਦੇ ਹਾਂ ਦੇਖੀ ਮੈਂ ਇਸ ਸਟੇਸ਼ਨ 'ਤੇ ਉਤਰਨਾ ਹੈ, ਬਾਈ ਚਾਂਸ ਮੇਰੀ ਕੋਈ ਝੋਕ ਲੱਗ ਜੇ, ਨੀਂਦ ਆ ਜਾਵੇ ਤਾਂ ਮੈਨੂੰ ਉਠਾ ਦੇਈਂ ਕਿ ਮੇਰਾ ਮਤਲਬ ਜਿਹੜਾ ਨਿਸ਼ਾਨਾ ਜਿਹੜਾ ਜਿੱਥੇ ਮੈਂ ਜਾਣਾ ਆ ਉਹ ਨਾ ਉਹ ਤੋਂ ਮੈਂ ਅੱਗੇ ਕਿਤੇ ਨਿਕਲ ਜਾਵਾਂ, ਮਤਲਬ ਕਿ ਟਾਈਮ ਜਿਹੜਾ ਹਰਜ ਨਾ ਹੋਵੇ। ਅਲਰਟ ਹੁੰਦੇ ਆ ਉੱਥੇ ਸਾਨੂੰ ਆਪਣੇ ਆਪ ਨੂੰ ਪਤਾ ਹੁੰਦਾ ਹੈ। ਲੇਕਿਨ ਇੱਕ ਸੰਗਤ ਦੇ ਵਿੱਚ ਮੈਂ ਪਹਿਲਾਂ ਕਿਹਾ ਕਿ ਮਾਇਆ ਦਾ ਇੰਨਾ ਜ਼ੋਰ ਹੈ ਕਿ ਮਨ ਜਿਹੜਾ ਹੈ ਨਾ ਇੱਧਰ ਨੂੰ ਤਾਂ ਤੁਰਨ ਹੀ ਨਹੀਂ ਦਿੰਦਾ। ਕੋਈ ਸੇਵਾਦਾਰ ਜਿਨ੍ਹਾਂ ਨੂੰ ਸਤਿਗੁਰਾਂ ਨੇ ਕੋਈ ਡਿਊਟੀਆਂ ਲਗਾਈਆਂ ਹੁੰਦੀਆਂ ਨੇ ਜੋ ਸਾਡੇ ਵਾਸਤੇ ਹੀ ਸਭ ਕੁਝ, ਜਿਸ ਤਰ੍ਹਾਂ ਸਕੂਲ ਦੇ ਵਿੱਚ ਅਸੀਂ ਜਾਂਦੇ ਹਾਂ ਅਤੇ ਸਕੂਲ ਦੇ ਵਿੱਚ ਟੀਚਰ ਯੂਨੀਫਾਰਮ ਜੋ ਉਹਨਾਂ ਦਾ ਅਨੁਸ਼ਾਸਨ ਦੇ ਤੌਰ 'ਤੇ ਕਿ ਇੱਥੇ ਕਲਾਸਾਂ ਲੱਗਣਗੀਆਂ, ਇੰਨੇ ਟਾਈਮ 'ਤੇ ਆਹ ਪੀਰੀਅਡ ਲੱਗੇਗਾ, ਇੱਕ ਦੀ ਡਿਊਟੀ ਉਹ ਘੰਟੀ ਖੜਕਾਉਂਦਾ ਹੈ ਕਿ ਬਈ ਇਹ ਹੁਣ ਇਸ ਪੀਰੀਅਡ ਹੁਣ ਚੇਂਜ ਹੋਏਗਾ, ਹੁਣ ਅਗਲਾ ਪੀਰੀਅਡ ਲੱਗੇਗਾ, ਹੁਣ ਇਹ ਸੈਸ ਦੀ ਇਹ ਹੁਣ ਇਹ ਪੂਰੀ ਛੁੱਟੀ ਹੋ ਗਈ ਹੈ। ਉੱਥੇ ਵੀ ਇੱਕ ਨਿਯਮ ਹੁੰਦਾ। ਇਸੇ ਤਰ੍ਹਾਂ ਹੀ ਇਹ ਵੀ ਇੱਕ ਸਾਡਾ ਸਕੂਲ ਹੈ। ਅਸੀਂ ਇੱਥੇ ਆ ਕੇ ਬਹੁਤ ਕੁਝ ਸਿੱਖਣਾ ਹੁੰਦਾ ਹੈ ਕਿਉਂਕਿ ਮਨ ਜਿਹੜਾ ਆ ਇਹਨੇ ਨਹੀਂ ਕਿਸੇ ਪਾਸੇ ਇਹਨੇ ਟਿਕਣਾ, ਇਹਨੇ ਤਾਂ ਆਪਣਾ ਕੰਮ ਕਰੀ ਰੱਖਣਾ ਹੈ। ਲੇਕਿਨ ਇਹਨੂੰ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਕਈ ਵਾਰੀ ਫਰਮਾਉਣਾ ਕਿ ਮਨ ਜਿਹੜਾ ਆ ਇਹ ਪਸ਼ੂ ਕਹਿ ਲਓ, ਰਾਖਸ਼ ਕਹਿ ਲਓ, ਡੰਗਰ ਕਹਿ ਲਓ, ਕੁਛ ਵੀ ਇਸ ਤਰ੍ਹਾਂ ਦੀ ਇਹਦੀ ਹਾਲਤ ਆ ਅਤੇ ਇਹਨੇ ਬਾਰ-ਬਾਰ ਇਹਨੇ ਬਾਹਰ ਨੂੰ ਭੱਜਣਾ ਹੈ ਅਤੇ ਸਤਿਗੁਰਾਂ ਨੇ ਫਰਮਾਉਣਾ ਕਿ ਅਸੀਂ ਇਹਨੂੰ ਬਾਰ-ਬਾਰ ਮੋੜ ਕੇ ਇਹਦੇ ਟਿਕਾਣੇ 'ਤੇ ਲਿਆਉਣਾ ਹੈ। ਹੁਣ ਇਸ ਟਿਕਾਣੇ 'ਤੇ ਲਿਆਉਣ ਵਾਸਤੇ ਜਦੋਂ ਡਿਊਟੀਆਂ ਲੱਗਦੀਆਂ ਨੇ ਅਤੇ ਕਈ ਵਾਰੀ ਸਾਡੇ ਮਨ ਨੂੰ ਉਹ ਮਤਲਬ ਦੁਖੀ ਕਰਦੀਆਂ ਨੇ। ਮੈਂ ਕਈ ਵਾਰੀ ਦੇਖਦਾ ਹੁੰਦਾ ਸੀ ਕਿ ਸਤਸੰਗ ਦੇ ਵਿੱਚ ਵੀ ਬੈਠਿਆਂ ਕਿਸੇ ਸੇਵਾਦਾਰ ਨੇ ਕੋਈ ਪਾਸ ਕੋਈ ਸੌਂ ਰਿਹਾ, ਕਿਸੇ ਨੂੰ ਇਸ ਤਰ੍ਹਾਂ ਮਾੜਾ ਜਿਹਾ ਹਿਲਾ ਦੇਣਾ ਅਤੇ ਉਹਨੇ ਬੜਾ ਅੱਖਾਂ ਕੱਢ ਦੇਖਣਾ ਕਿ ਤੂੰ ਮੈਨੂੰ ਹਿਲਾਇਆ ਕਿਉਂ ਹੈ, ਤੂੰ ਮੈਨੂੰ ਜਗਾਇਆ ਕਿਉਂ ਹੈ। ਸਗੋਂ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਬਈ ਮੈਨੂੰ ਨੀਂਦ ਆ ਗਈ ਸੀ, ਮੇਰਾ ਸਮਾਂ ਜਿਹੜਾ ਸੀ ਅਜਾਈਂ ਚਲੇ ਜਾਣਾ ਸੀ ਅਤੇ ਉਹਨੂੰ ਧੰਨਵਾਦੀ ਹੋਣਾ ਸੀ। ਉਲਟਾ ਉਹਦੇ ਵੱਲ ਅਸੀਂ ਗੁੱਸੇ ਨਾਲ ਮਤਲਬ ਐਸੀ ਨਿਗਾਹ ਨਾਲ ਦੇਖਦੇ ਹਾਂ। ਇਸੇ ਤਰ੍ਹਾਂ ਹੀ ਹੋਰ ਵੀ ਛੋਟੇ ਮੋਟੇ ਜਿਹੜੇ ਅਸੂਲ ਅਨੁਸ਼ਾਸਨ ਵਾਸਤੇ ਜਿਹੜੇ ਰੂਲ ਬਣੇ ਹੁੰਦੇ ਨੇ ਉਹਦੇ ਵਾਸਤੇ ਵੀ ਅਸੀਂ ਧੰਨਵਾਦੀ ਹੋਣਾ ਕਿ ਹਾਂ ਸਾਨੂੰ ਨਹੀਂ ਪਤਾ। ਜਿਸ ਤਰ੍ਹਾਂ ਪਹਿਲਾਂ ਮੈਂ ਦੱਸ ਦਿੱਤਾ, ਇੱਕ ਉਦਾਹਰਨ ਦਿੱਤੀ ਹੈ ਕਿ ਕਿਤੇ ਵੀ ਜਾਂਦੇ ਹਾਂ ਕਈ ਵਾਰੀ ਸਾਨੂੰ ਨਹੀਂ ਪਤਾ ਕਿ ਜਿਹੜੀ ਟ੍ਰੇਨ ਹੈ, ਗੱਡੀ ਹੈ, ਕਿਸ ਪਲੇਟਫਾਰਮ 'ਤੇ ਆਉਣੀ ਹੈ, ਸਾਨੂੰ ਨਹੀਂ ਪਤਾ। ਅਸੀਂ ਕਿਸੇ 'ਤੇ ਖੜ੍ਹੇ ਹੁੰਦੇ ਹਾਂ, ਕੋਈ ਸਾਨੂੰ ਦੱਸ ਦਿੰਦਾ, ਪੁੱਛਦਾ ਹੈ ਕਿ ਇੱਥੇ ਖੜ੍ਹੇ ਹੋ, ਬੜੀ ਦੇਰ ਦੇ ਖੜ੍ਹੇ ਹੋ ਤੁਸੀਂ। ਅਗਰ ਕਹਿੰਦਾ ਮੈਂ ਜੀ ਇਹ ਫਲਾਣੀ ਜਗ੍ਹਾ ਜਾਣਾ ਹੈ, ਗੱਡੀ ਉਡੀਕ ਰਿਹਾ, ਉਹ ਕਹਿੰਦਾ ਉਹ ਇਸ ਪਲੇਟਫਾਰਮ 'ਤੇ ਨਹੀਂ ਆਉਣੀ, ਉਹ ਦੂਸਰੇ 'ਤੇ ਆਉਣੀ ਹੈ। ਅਸੀਂ ਉਹਦੇ 'ਤੇ ਚਲੇ ਜਾਂਦੇ, ਉਹਨੂੰ ਕਹਿੰਦੇ ਹਾਂ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹੀ ਜਿਹੜੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਉਹ ਕਾਹਦੇ ਵਾਸਤੇ ਲੱਗੀਆਂ ਨੇ ਕਿ ਸਾਨੂੰ ਸਹੀ ਜਗ੍ਹਾ ਦੇ ਉੱਤੇ ਲਿਆਉਣ ਵਾਸਤੇ। ਇਹਦਾ ਮਤਲਬ ਇਹ ਨਹੀਂ ਕਿ ਕਈ ਵਾਰੀ ਅਸੀਂ ਸਵਾਲ ਜਵਾਬ ਕਰਦੇ ਹਾਂ, ਕਈ ਵਾਰੀ ਮੈਨੂੰ ਵੀ ਪਤਾ ਕਿ ਸੇਵਾਦਾਰ ਵੀ ਜਿਹੜੇ ਵੀ ਹੋਣ ਉਹ ਅਸਲ 'ਚ ਡਿਊਟੀਆਂ ਨੇ, ਸਤਿਗੁਰ ਆਪ ਕਰਵਾ ਰਹੇ ਹੁੰਦੇ ਨੇ। ਲੇਕਿਨ ਕਈ ਵਾਰੀ ਸੇਵਾਦਾਰਾਂ ਦੇ ਮਨਾਂ ਦੇ ਵਿੱਚ ਇੱਕ ਹੀ ਗੱਲ ਹੁੰਦੀ ਹੈ, ਉਹ ਮਨ ਦੇ ਵਿੱਚ ਕੀ ਆਉਂਦਾ ਹੈ ਕਿ ਤੂੰ ਇਹ ਕੰਮ ਕਰ ਰਿਹਾ ਹੈ, ਤੈਨੂੰ ਬਹੁਤ ਪਤਾ ਹੈ,
ਤੂੰ ਮੈਨੂੰ ਕਹਿੰਦਾ ਪਿਆ, ਤੂੰ ਕਦੀ ਕੀਤਾ ਹੈ, ਤੂੰ ਮੰਨਿਆ ਹੁਕਮ, ਤੂੰ ਸਾਰੇ ਹੁਕਮ ਮੰਨਦਾ ਹੈ। ਮਤਲਬ ਇਹੋ ਜਿਹੀਆਂ ਜਿਹੜੀਆਂ ਨੇ ਦਲੀਲਾਂ ਜਾਂ ਇਹੋ ਜਿਹੇ ਸਵਾਲ ਉੱਥੇ ਕਰਦੇ ਨੇ ਕਿ ਜਿਹੜਾ ਅਗਲਾ ਬੰਦਾ ਕਹਿੰਦਾ ਕਿ ਠੀਕ ਹੈ ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਕਰਨਾ ਭੈਣ ਜੀ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਕਰ ਲਓ। ਪਰ ਜਦੋਂ ਤੱਕ ਸਾਨੂੰ ਇਹ ਸਮਝ ਨਹੀਂ ਲੱਗੇਗੀ ਕਿ ਉਹ ਅਸੀਂ ਬੜਾ ਕੋਈ ਜੰਗ ਜਿੱਤੀ ਨਹੀਂ ਹੈ, ਅਸੀਂ ਜੰਗ ਹਾਰ ਗਏ, ਪਹਿਲੇ ਕਦਮ ਤੇ ਹੀ ਹਾਰ ਗਏ ਅਸੀਂ। ਹੁਣ ਇਸੇ ਕਰਕੇ ਸਤਿਗੁਰਾਂ ਦੀ ਬਾਣੀ, ਇਸੇ ਕਰਕੇ ਸਤਸੰਗ, ਇਸੇ ਕਰਕੇ ਸਿਮਰਨ, ਸਭ ਕੁਝ ਇਸੇ ਲਈ ਹੈ। ਲੇਕਿਨ ਅਸੀਂ ਕੀ ਬਣਾ ਲਿਆ ਕਿ ਇੱਕ ਕੋਈ ਵੀ ਗੁਰੂ ਘਰ, ਗੁਰਦੁਆਰਾ, ਕੋਈ ਵੀ ਦੁਆਰ ਜਿਹੜਾ ਆ, ਅਸੀਂ ਉੱਥੇ ਕਿ ਸਿਰਫ ਮੱਥਾ ਰਗੜ ਕੇ ਆਉਣਾ ਅਸੀਂ ਸਮਝ ਲੈਂਦੇ ਹਾਂ ਕਿ ਭਗਤੀ ਹੈ। ਨਹੀਂ, ਮਨ ਜਿਹੜਾ ਆ ਕਾਲਾ ਪੈਂਦਾ ਹੈ। ਬੈਠੇ ਬੈਠੇ ਚਾਹੇ ਜੋ ਮਰਜ਼ੀ ਦੁਨੀਆ ਭਰ ਦੀਆਂ ਗੱਲਾਂ ਕਰੀਏ, ਕੋਈ ਇੱਧਰ ਉੱਧਰ ਦੀਆਂ ਬਿਜ਼ਨਸ ਦੀਆਂ ਕਰ ਲਈਏ, ਘਰ-ਬਾਰ ਦੀਆਂ ਕਰ ਲਈਏ, ਕੋਈ ਨਿੰਦਾ ਚੁਗਲੀ ਕਰ ਲਈਏ, ਮਨ ਬੜਾ ਕੁਛ, ਕਦੀ ਇਹਨੂੰ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਕਿੰਨਾ ਟਾਈਮ ਹੋ ਗਿਆ। ਜਿੱਥੇ ਕਿਤੇ ਸਤਿਗੁਰਾਂ ਦੀ ਬਾਣੀ, ਕੋਈ ਸ਼ੋਭਾ ਉਹਨਾਂ ਦੀ ਜਾਂ ਉਹਨਾਂ ਦੇ ਕੋਈ ਗੱਲ ਹੁੰਦੀ ਏ, ਉੱਥੇ ਇੱਦਾਂ ਲੱਗਦਾ ਕਿ ਜਿੱਦਾਂ ਰਸ ਨਹੀਂ ਆ ਰਿਹਾ, ਕਿਉਂਕਿ ਮਨ ਜਿਹੜਾ ਇਹ ਬੜੇ ਰਸਾਂ ਦਾ ਇਹ ਜਿਹੜਾ ਹੈਗਾ ਚਾਹਵਾਨ ਹੈ, ਇਹ ਵੱਖਰੇ ਵੱਖਰੇ ਰਸਾਂ ਦਾ ਇਹ ਜਿਹੜਾ ਰਸ ਆ, ਇਹ ਗੱਲ ਨਹੀਂ ਮੰਨਦੇ। ਪਰ ਉਹਨਾਂ ਨੇ ਫਰਮਾਇਆ ਨਾ ਕਿ ਇਹ ਜਦੋਂ ਤੱਕ ਇਹ ਰਸ ਆਉਂਦਾ ਨਹੀਂ, ਉਦੋਂ ਤੱਕ ਉਹ ਗੱਲ ਨਹੀਂ ਬਣਦੀ। ਜਦੋਂ ਤੱਕ ਉਹ ਰਸ ਜਿਹੜਾ ਦੁਨੀਆ ਵਾਲਾ ਜਾਂਦਾ ਨਹੀਂ, ਉਦੋਂ ਤੱਕ ਉਹ ਗੱਲ ਨਹੀਂ ਬਣਦੀ। ਹੁਣ ਉਹਦੇ ਵਾਸਤੇ ਜਿਸ ਤਰ੍ਹਾਂ ਅਸੀਂ ਬਾਕੀ ਕੰਮ ਕਰਦੇ ਹਾਂ, ਮਨੁੱਖ ਚੋਲਾ ਸਾਨੂੰ ਮਿਲਿਆ, ਕਾਹਦੇ ਵਾਸਤੇ ਮਿਲਿਆ? ਪਸ਼ੂ ਪੰਛੀ, ਜਿੰਨੇ ਵੀ ਕੀੜੇ ਮਕੌੜੇ ਜਾਨਵਰ ਜਿਹੜੇ ਨੇ, ਉਹਨਾਂ ਨਾਲੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਬੜੇ ਸ੍ਰੇਸ਼ਟ ਹਾਂ ਜੀ, ਅਸੀਂ ਤਾਂ ਇਨਸਾਨ ਹਾਂ। ਪਰ ਕਿਹੜੀ ਸ੍ਰੇਸ਼ਟ ਹੈ ਇਹਦੇ ਵਿੱਚ? ਕਿਉਂਕਿ ਉਹਨਾਂ ਨੂੰ ਨਹੀਂ ਵਿਚਾਰਿਆਂ ਨੂੰ ਪਤਾ ਕੁਛ ਵੀ। ਉਹਨਾਂ ਦਾ ਆਕਾਸ਼ ਤੱਤ ਜਾਂ ਦਿਮਾਗ ਕਹਿ ਲਈਏ, ਉਹਨਾਂ ਕੋਲ ਨਹੀਂ ਹੈਗਾ। ਸਾਨੂੰ ਸਤਿਗੁਰਾਂ ਨੇ ਦਿਮਾਗ ਦਿੱਤਾ ਹੈ, ਅਸੀਂ ਆਪਣਾ ਬੁਰਾ ਭਲਾ ਅਸੀਂ ਸਭ ਜਾਣਦੇ ਹਾਂ, ਪਤਾ ਹੈ ਹਰ ਚੀਜ਼। ਲੇਕਿਨ ਜੇ ਸਿਰਫ ਰਹਿਣੀ ਉਹਨਾਂ ਵਾਲੀ ਹੀ ਉਨੀ ਕੀ ਰਹਿੰਦੀ ਏ, ਉਹੀ ਕੰਮ ਕਰੀ ਜਾਂਦੇ ਆ, ਤੇ ਫਿਰ ਸੋਚੀਏ ਕਿ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੋਏਗਾ। ਇਸੇ ਤਰ੍ਹਾਂ ਹੀ ਟਾਈਮ ਲੰਘ ਜਾਏਗਾ। ਚਾਹੀਦਾ ਕੀ ਹੈ ਕਿ ਜਦੋਂ ਸਾਨੂੰ ਸਮਝ ਲੱਗ ਗਈ, ਜਦੋਂ ਸਾਨੂੰ ਸਮਝ ਲੱਗ ਗਈ ਤੇ ਉਸ ਵੇਲੇ ਉਸ ਚੀਜ਼ ਤੋਂ ਹਟ ਜਾਣਾ, ਪਿੱਛੇ ਹਟ ਜਾਣਾ। ਪਤਾ ਹੈ ਕਿ ਇਹ ਕੰਮ ਗਲਤ ਹੈ, ਇਹਦੇ ਨਾਲ ਮੈਨੂੰ ਚੋਟ ਆ ਰਹੀ ਹੈ, ਇਹਦੇ ਨਾਲ ਮੇਰਾ ਮਨ ਦੁਖਦਾ, ਇਹਦੇ ਨਾਲ ਮੇਰਾ ਕਰਮ ਬਣਦਾ, ਉਸ ਤੋਂ ਹਟੇ। ਔਰ ਉਹ ਚੀਜ਼ਾਂ ਦਾ ਪਤਾ ਕਿੱਥੇ ਲੱਗਣਾ ਹੈ? ਸਤਿਗੁਰਾਂ ਦੇ ਬਚਨਾਂ ਤੋਂ। ਇਸੇ ਕਰਕੇ ਕਈ ਵਾਰੀ ਕਹੀਦਾ ਹੈ ਕਿ ਬਈ ਸਤਿਗੁਰਾਂ ਦੇ ਕੋਈ ਵਚਨ ਸੁਣੋ, ਕੋਈ ਸਤਸੰਗ ਸੁਣੋ, ਕੋਈ ਬਾਣੀ ਜਿਹੜੀ ਆ ਉਹ ਪੜ੍ਹੋ। ਪਰ ਜਦੋਂ ਸਿਰਫ ਤੇ ਸਿਰਫ ਘੋਟਾ ਲਾਉਣ ਤੱਕ ਜਾਂ ਸਿਰਫ ਸੁਣਨ ਤੱਕ ਜਾਂ ਇੱਕ ਬਾਹਰਲੇ ਉਸ ਚੀਜ਼ ਤੱਕ ਸੀਮਤ ਹੋ ਜਾਂਦੇ, ਉਦੋਂ ਤੱਕ ਸਾਨੂੰ ਸਮਝ ਨਹੀਂ ਲੱਗਦੀ। ਔਰ ਉਹਦੇ ਨਾ ਸਮਝ ਲੱਗਣ ਕਰਕੇ ਹੀ ਸਾਰੇ ਦੁੱਖ ਉੱਥੇ ਦੇ ਉੱਥੇ ਤੱਕ ਬਣੇ ਰਹਿੰਦੇ। ਜੇ ਸਤਿਗੁਰਾਂ ਦੇ ਵਚਨਾਂ ਦੇ ਵਿੱਚ ਅਸੀਂ ਆ ਜਾਈਏ, ਉਸ ਚੀਜ਼ ਨੂੰ ਸਮਝ ਲਈਏ, ਉਹਨਾਂ ਦੇ ਰਸਤੇ ਨੂੰ, ਤੇ ਸਤਿਗੁਰ ਐਸੀ ਤਾਕਤ ਬਖਸ਼ ਦਿੰਦੇ ਆ, ਐਸੀ ਸ਼ਕਤੀ ਬਖਸ਼ ਦਿੰਦੇ ਆ, ਜਿੱਥੇ ਮਰਜ਼ੀ ਖੜਾ ਹੋ ਜਾਵੇ, ਇਹਨੂੰ ਦੁੱਖ ਫਿਰ ਤੰਗ ਨਹੀਂ ਕਰ ਸਕਦੇ। ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੇ ਬਚਨਾਂ ਤੇ ਚੱਲਿਆ ਭਾਰ ਘਟਦਾ ਵੀ ਏ, ਔਰ ਦੂਸਰੀ ਨੰਬਰ ਦੇ ਉੱਤੇ ਇਹਨੂੰ ਮਹਿਸੂਸ ਵੀ ਨਹੀਂ ਹੁੰਦਾ। ਦੁਖੀ ਅਸੀਂ ਸਾਰੇ ਹੀ ਹਾਂ, ਕੋਈ ਕਿਸੇ ਕਰਕੇ, ਕੋਈ ਕਿਸੇ ਕਰਕੇ। ਮੈਂ ਕੱਲ ਪਰਸੋਂ ਮੈਂ ਦੇ ਸੰਗਤ ਜਦੋਂ ਬੈਠਾ ਸੀ, ਇਹੋ ਗੱਲਾਂ ਹੋ ਰਹੀਆਂ ਸੀ ਕਿ ਕੋਈ ਲੱਗਦਾ, ਇੱਕ ਦੂਸਰੇ ਨੂੰ ਲੱਗਦਾ ਕਿ ਸ਼ਾਇਦ ਮੈਂ ਦੁਖੀ ਹਾਂ, ਉਹ ਸੁਖੀ ਹੈ, ਉਹ ਸੁਖੀ ਹੈ। ਇਸ ਤਰ੍ਹਾਂ ਕੁਛ ਨਹੀਂ ਹੈਗਾ। ਉਹ ਕਹਿੰਦੇ, ਉਹਨਾਂ ਨੇ ਫਰਮਾਤਾ, ਨਾਨਕ ਦੁਖੀਆ ਸਭ ਸੰਸਾਰ। ਸਾਰੇ ਹੀ ਦੁਖੀ ਨੇ ਕਿਸੇ ਨਾ ਕਿਸੇ ਚੀਜ਼ ਤੋਂ। ਔਰ ਇਹਨਾਂ ਸਾਰਿਆਂ ਦੇ ਦੁੱਖਾਂ ਦੀ ਦਵਾ ਜਿਹੜੀ ਹੈ ਉਹ ਸਤਿਗੁਰਾਂ ਦੇ ਪਾਸ ਹੈ। ਜੇ ਅਸੀਂ ਉਹਨਾਂ ਨੂੰ ਧਿਆਨ ਦੇ ਕੇ ਵਚਨ ਸੁਣੀਏ, ਉਹਨਾਂ ਨੂੰ ਸਮਝੀਏ, ਉਹਨਾਂ ਨੂੰ ਤੇ ਚੱਲੀਏ, ਔਰ ਉਸ ਭਰੋਸੇ ਦੇ ਨਾਲ ਮੰਨ ਕੇ ਉੱਤੇ ਅਮਲ ਕਰੀਏ, ਤੇ ਬਈ ਹੌਲੀ ਹੌਲੀ ਜਿਹੜੀ ਦਸ਼ਾ ਬਦਲਦੀ ਹੈ। ਤੇ ਹੁਣ ਸਤਿਗੁਰਾਂ ਦੇ ਜੋ ਵਚਨ ਆਏ ਨੇ, ਉਹਨਾਂ ਫਰਮਾਇਆ ਕਿ ਗੁਰ ਸਿੱਖਾਂ ਕੇ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਹੁਣ ਦੇਖੋ, ਕਿਉਂਕਿ ਕਦੋਂ ਦੀ ਗੱਲ ਹੈ ਜਦੋਂ ਉਹਨਾਂ ਨੇ ਬਾਣੀ ਇਹ ਲਿਖੀ, ਪਰ ਉਸ ਤੋਂ ਪਹਿਲਾਂ ਵੀ ਜਿੰਨੇ ਵੀ ਸੰਤ ਮਹਾਂਪੁਰਖ ਆਏ, ਹਰ ਟਾਈਮ ਦੇ ਉੱਤੇ ਮੈਂ ਜਿਸ ਤਰ੍ਹਾਂ ਬੇਨਤੀ ਕਰਦਾ ਰਹਿੰਦਾ ਹੈ ਕਿ ਉਸ ਵੇਲੇ ਜਿਹੜੇ ਸਿੱਖ ਹੁੰਦੇ ਨੇ, ਬਹੁਤ ਕੋਈ ਵਿੱਚ ਉਹਨਾਂ ਦੇ ਕੋਈ ਦਇਆ ਵਾਲੇ, ਕੋਈ ਐਸੇ ਪਿਛਲੇ ਕਰਮਾਂ ਦਾ ਜਿਨ੍ਹਾਂ ਦਾ ਅੱਛਾ ਹੁੰਦਾ ਹੈ, ਉਹੀ ਸਿੱਖ ਜਿਹੜੇ ਨੇ, ਉਹੀ ਉਹਨਾਂ ਨੂੰ ਮੰਨਦੇ ਨੇ, ਉਹੀ ਉਹਨਾਂ ਦੀ ਸਿੱਖਿਆ 'ਤੇ ਚੱਲਦੇ ਆ, ਅਤੇ ਉਹਨਾਂ ਨੂੰ ਗੁਰਸਿੱਖ ਕਿਹਾ ਜਾਂਦਾ ਹੈ। ਕਿਉਂਕਿ ਜਿਹੜਾ ਗੁਰੂ ਦੀ ਸਿੱਖਿਆ 'ਤੇ ਚੱਲ ਰਿਹਾ, ਜਿਹੜਾ ਗੁਰੂ ਦੀ ਸਿੱਖਿਆ 'ਤੇ ਚੱਲ ਹੀ ਨਹੀਂ ਰਿਹਾ, ਸੁਣ ਰਿਹਾ ਹੈ, ਸਮਝ ਰਿਹਾ ਹੈ,
ਸਭ ਕੁਝ ਕਰੀ ਜਾ ਰਿਹਾ ਹੈ। ਆਪਣੇ ਬਾਕੀ ਚੀਜ਼ਾਂ ਸਾਰੀਆਂ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਮੱਥੇ ਵੀ ਟੇਕ ਲੈਂਦਾ ਹੈ, ਪ੍ਰਸ਼ਾਦ ਵੀ ਲੈ ਲੈਂਦਾ ਹੈ, ਬੇਨਤੀਆਂ ਵੀ ਕਰ ਲੈਂਦਾ, ਸਭ ਕੁਛ ਹੈ, ਪਰ ਉਹਨਾਂ ਦੀ ਸਿੱਖਿਆ ਨੂੰ ਮੰਨ ਨਹੀਂ ਰਿਹਾ, ਉਸਦੀ ਸਿੱਖਿਆ ਤੇ ਚੱਲ ਨਹੀਂ ਰਿਹਾ, ਉਹ ਉਦੋਂ ਤੱਕ ਸਿੱਖ ਨਹੀਂ ਹੈਗਾ। ਔਰ ਜਿੰਨੀਆਂ ਵੀ ਬਖਸ਼ਿਸ਼ਾਂ ਨੇ, ਜਿੰਨੀ ਵੀ ਦਇਆ ਕਿਰਪਾ ਹੈ, ਉਹ ਕਿਹਦੇ ਵਾਸਤੇ ਹੈ? ਇੱਕ ਸਿੱਖ ਵਾਸਤੇ ਹੈ। ਅਸੀਂ ਪਿੱਛੇ ਇਤਿਹਾਸ ਦੇਖਦੇ ਹਾਂ, ਆਪਣੇ ਸਤਿਗੁਰਾਂ ਦੇ ਜਿਹੜੇ ਪਰਿਵਾਰ ਵਾਲਿਆਂ ਨੇ, ਉਹਨਾਂ ਦੇ ਵਿੱਚ ਵੀ ਇਹ ਨਹੀਂ ਕਿ ਹਰ ਟਾਈਮ ਤੇ ਅਲੱਗ-ਅਲੱਗ ਰਿਹਾ। ਹੁਣ ਪੰਜਵੇਂ ਪਾਤਸ਼ਾਹ ਨੇ ਘਰ ਦੇ ਵਿੱਚ ਹੀ ਉਹ ਦਇਆ ਲਿਆਈ। ਕਿਸੇ ਟਾਈਮ ਦੇ ਉੱਤੇ ਉਹਨਾਂ ਨਾਲ ਘਰ ਵਾਲਿਆਂ ਨੇ ਵਿਰੋਧ ਕੀਤਾ ਤੇ ਉਸ ਦੀ ਦੌਲਤ ਤੋਂ ਰਹਿ ਗਏ। ਇਹ ਕੋਈ ਹੱਕ ਜਾਂ ਕੋਈ ਐਸੀ ਚੀਜ਼ ਨਹੀਂ ਹੈ। ਜਿਹੜਾ ਉਸ ਚੀਜ਼ ਤੇ ਚੱਲ ਦਿੰਦਾ, ਭਾਵੇਂ ਬਾਹਰਲਾ ਚੱਲਦਾ ਹੈ, ਘਰ ਦਾ ਚੱਲਦਾ ਹੈ, ਲਾਗੇ ਬੈਠਾ ਚੱਲਦਾ ਹੈ, ਦੂਰ ਬੈਠਾ ਚੱਲਦਾ ਹੈ, ਉਹ ਜਿਹੜਾ ਚੱਲਦਾ ਹੈ, ਜਿਹੜਾ ਉਸ ਚੀਜ਼ ਨੂੰ ਸਮਝਦਾ ਹੈ, ਉਹਦੇ ਤੇ ਉਹ ਦਇਆ ਕਿਰਪਾ ਹੁੰਦੀ ਹੈ। ਤੇ ਜਦੋਂ ਉਹ ਸਮਝ ਆਉਂਦੀ ਹੈ, ਤੇ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਬਈ ਕਿਹਦੇ ਹੱਥ ਡੋਰ ਹੈ ਸਾਡੀ, ਕੌਣ ਚਲਾ ਰਿਹਾ, ਕੌਣ, ਤੇ ਫਿਰ ਹਰ ਵੇਲੇ ਸ਼ੁਕਰਾਨਾ। ਜਿਸ ਤਰ੍ਹਾਂ ਮੈਂ ਪਿੱਛੇ ਦੱਸਿਆ ਸੀ ਕਿ ਇੱਕ ਜਰਾ ਜਿਹਾ ਕੋਈ ਦਰਦ ਹੁੰਦੀ ਹੈ ਨਾ ਕਿਤੇ ਲੱਤ ਬਾਂਹ ਦੇ ਵਿੱਚ, ਅਸੀਂ ਰੋਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ, ਦੇਖੋ ਜੀ ਮੇਰੀ ਆਪ ਤਕਲੀਫ ਨਹੀਂ ਹਟ ਰਹੀ, ਆਹ ਤਕਲੀਫ। ਲੇਕਿਨ ਬਾਕੀ ਚੀਜ਼ਾਂ ਦਾ, ਜੇ ਹੱਥ ਦੇ ਇੱਕ ਉਂਗਲੀ ਤੇ ਸੱਟ ਲੱਗੀ ਹੈ, ਕੋਈ ਐਸਾ ਕੋਈ ਜ਼ਖਮ ਹੋਇਆ ਹੈ ਤੇ ਉਹਦੀ ਦਰਦ ਹੋ ਰਹੀ ਹੈ, ਉਹਦਾ ਲਾਂਭਾ ਹੋ ਰਿਹਾ ਹੈ, ਬਾਕੀ ਸਾਰਾ ਸਰੀਰ ਠੀਕ ਹੈ, ਉਹਦੇ ਵਾਸਤੇ ਸ਼ੁਕਰਾਨਾ ਨਹੀਂ ਹੋ ਰਿਹਾ। ਕਿਸੇ ਦੇ ਘਰ ਦੇ ਵਿੱਚ ਚੋਰੀ ਹੋ ਗਈ ਹੈ, ਉਹਦੇ ਘਰ ਦੇ ਵਿੱਚ 10 ਲੱਖ ਦਾ ਸਮਾਨ ਹੈ, 50,000 ਦੀ ਚੋਰੀ ਹੋ ਗਈ ਹੈ, ਕੋਈ ਚੀਜ਼ ਗਹਿਣਾ ਕੋਈ ਚੀਜ਼ ਨਿਕਲ ਗਈ ਹੈ, ਉਹ ਉਹਦੇ ਦੋਸ਼ ਲਾਈ ਜਾਂਦਾ, ਦੇਖੋ ਜੀ ਦੇਖੋ ਜੀ, ਇਸ ਤਰ੍ਹਾਂ ਕਰਕੇ ਜਿਹੜੀਆਂ ਚੀਜ਼ਾਂ ਬਚ ਗਈਆਂ ਉਹਦਾ ਸ਼ੁਕਰਾਨਾ ਨਹੀਂ। ਲੇਕਿਨ ਜਦੋਂ ਸਾਡੀ ਨਿਗਾਹ ਉਸ ਚੀਜ਼ ਤੱਕ ਜਾਏਗੀ, ਜਦੋਂ ਸਤਿਗੁਰਾਂ ਦੀ ਦਇਆ ਦੀ ਕਿਰਪਾ ਦੀ ਸਮਝ ਲੱਗੇਗੀ, ਕਿਉਂ ਗੁਰੂ ਮਹਾਰਾਜ ਜੀ ਫਰਮਾਉਂਦੇ ਸੀ ਕਿ ਇਹਦਾ ਰੁਪਈ ਕਰਮ ਤੇ ਸਾਡੇ ਨੇ, ਕੋਈ ਕਰਮ ਕਿਸੇ ਦਾ ਕੋਈ ਨਹੀਂ, ਕੋਈ ਨਾ ਕੋਈ ਦੇ ਸਕਦਾ ਕਿਸੇ ਨੂੰ, ਨਾ ਲੈ ਸਕਦਾ, ਚਾਹੇ ਘਰ ਦਾ ਜਿੰਨਾ ਮਰਜ਼ੀ ਕੋਈ ਸਾਡਾ ਪਵਿੱਤਰ ਜਾਂ ਪਿਆਰਾ ਰਿਸ਼ਤਾ ਹੋਵੇ। ਮਾਂ ਪਿਤਾ ਆਪਣੇ ਬੱਚਿਆਂ ਨਾਲ ਇੰਨਾ ਪਿਆਰ ਕਰਦੇ ਨੇ, ਪਰ ਪਿੱਛੇ ਅਸੀਂ ਕਈ ਸਾਖੀਆਂ ਸੁਣਦੇ ਹਾਂ ਕਿ ਬੱਚੇ ਦੁਖੀ ਹੋਣ, ਮਾਂ ਪਿਓ ਕਹਿੰਦੇ ਆ ਕਿ ਹਾਂ ਮੈਂ ਆਹ ਦੁੱਖ ਤੇ ਮੈਨੂੰ ਆ ਜਾਏ, ਮੇਰਾ ਬੱਚਾ ਸੁਖੀ ਹੋ ਜਾਏ, ਪਰ ਉਹ ਨਹੀਂ ਕਰ ਸਕਦੇ, ਕਿਉਂਕਿ ਉਹਦਾ ਕਰਮ, ਜਿਹਦਾ ਕਰਮ ਹੈ ਉਹਨੂੰ ਭੁਗਤਣਾ ਪੈਂਦਾ। ਲੇਕਿਨ ਸਤਿਗੁਰ ਦਇਆ ਕਰਦੇ, ਮੈਂ ਕਿਹਾ ਕਿ ਪਲਟੂ ਲਿਖੀ ਨਸੀਬ ਕੀ ਸੰਤ ਦੇਤ ਹੈ ਫੇਰ। ਕਾਹਦੇ ਨਾਲ ਫੇਰ ਦਿੰਦੇ ਆ? ਕਿਉਂਕਿ ਉਸ ਬਚਨ ਨੂੰ ਮਨਾ ਕੇ, ਜੇ ਉਹਦੀ ਸਿੱਖਿਆ ਤੇ ਲਿਆ ਕੇ। ਲੇਕਿਨ ਜਦੋਂ ਤੱਕ ਕੋਈ ਮੰਨਦਾ ਨਹੀਂ ਹੈ, ਉਦੋਂ ਤੱਕ ਨਹੀਂ ਗੱਲ ਬਣਦੀ। ਔਰ ਮੰਨਣੀ ਵੀ ਕੀ ਹੈ, ਮੈਂ ਤਾਂ ਕਈ ਵਾਰੀ ਦੱਸਦਾ ਹੈ, ਅਸੀਂ ਸੋਚਦੇ ਹਾਂ, ਕਿਉਂਕਿ ਮੈਂ ਪਹਿਲਾਂ ਕਹਿ ਦਿੱਤਾ ਕਿ ਸੰਸਾਰ ਤੇ ਸਾਰਾ ਹੀ ਦੁਖੀ ਹੈ। ਕਈ ਵਾਰੀ ਸਾਡੇ ਮਨ 'ਚ ਆਉਂਦਾ ਹੈ ਕਿ ਦੇਖੋ ਜੀ ਮੈਂ ਤੇ ਇੰਨੇ ਵਚਨ ਮੰਨਦਾ ਹੈ, ਮੈਂ ਤੇ ਆਹ ਕਰਦਾ ਹੈ, ਮੈਂ ਤੇ ਉਹ ਕਰਦਾ ਹੈ। ਲੇਕਿਨ ਮੈਂ ਇੱਕ ਉਦਾਹਰਨ ਦਿੱਤੀ ਸੀ ਕਿ ਜਿਸ ਤਰ੍ਹਾਂ ਅਸੀਂ ਕੋਈ ਵੀ ਤਾਰ ਜਿਹੜੀ ਹੈ ਪਲੱਗ ਦੇ ਵਿੱਚ ਲਗਾਉਂਦੇ ਹਾਂ, ਮੋਬਾਈਲ ਅੱਜ ਕੱਲ੍ਹ ਚਾਰਜ ਕਰਦੇ ਹਾਂ, ਉਹੀ ਉਦਾਹਰਨ ਲੈ ਲਈਏ, ਤੇ ਉਹਨੂੰ ਪਲੱਗ ਦੇ ਲਾਗੇ ਮੋਬਾਈਲ 10 ਗਜ ਦੀ ਦੂਰੀ ਤੇ ਪਿਆ ਹੈ, ਅਸੀਂ ਉੱਥੋਂ ਲੈਣ ਦਾ ਫੜ ਕੇ ਚਾਰਜਰ ਲੈਣ ਦਾ ਹੈ, ਤਾਰ ਲਗਾ ਕੇ ਪਲੱਗ ਦੇ ਬਿਲਕੁਲ ਨੇੜੇ ਲਿਆਂਦਾ, ਪਰ ਉਹਦੇ ਅੰਦਰ ਜਿਸ ਤਰ੍ਹਾਂ ਜਿੱਥੋਂ ਤੱਕ ਉਹਨੂੰ ਕਰੰਟ ਮਿਲਣਾ, ਜਿੱਥੇ ਕਨੈਕਸ਼ਨ ਹੋਣਾ ਸੀ, ਉਹਦੇ ਅੰਦਰ ਤੱਕ ਨਹੀਂ ਉਹਨੂੰ ਭੇਜਿਆ, ਸਿਰਫ ਉਹਦੇ ਲਿਆ ਕੇ ਬਾਹਰ ਲਟਕਾ ਦਿੱਤਾ ਸਵਿੱਚ ਦੇ ਉੱਪਰ, ਤੇ ਕੀ ਮੋਬਾਈਲ ਚਾਰਜ ਹੋਵੇਗਾ? ਉਹ ਕਵੇ ਕਿ ਮੈਂ 10 ਫੁੱਟ ਦੂਰ ਪਿਆ ਸੀ, ਮੈਂ ਉੱਥੋਂ ਲਿਆਂਦਾ ਹੈ, 10 ਕਿਲੋਮੀਟਰ ਦੂਰ ਪਿਆ ਸੀ ਬਾਜ਼ਾਰ 'ਚ, ਉੱਥੋਂ ਲਿਆਂਦਾ, ਨਵਾਂ ਲਿਆਂਦਾ ਹੈ, ਲਿਆ ਕੇ ਤੇ ਮੈਂ ਪਲੱਗ ਦੇ ਉੱਪਰ ਟੰਗ ਦਿੱਤਾ ਹੈ, ਪਰ ਉਹਨੂੰ ਲਗਾਇਆ ਨਹੀਂ ਹੈ ਤੇ ਉਹ ਚਾਰਜ ਨਹੀਂ ਹੋਏਗਾ। ਪਿਛਲੇ ਸਫ਼ਰ ਦਾ ਵੀ ਤਾਂ ਹੀ ਫਾਇਦਾ ਹੈ ਜੇ ਅੱਗੇ ਮਿਲ ਜਾਵੇ ਤੇ। ਜੇ ਬਾਕੀ ਯਤਨ ਕਰਦੇ ਆ, ਮੱਥੇ ਟੇਕਦੇ ਆ, ਸਤਸੰਗ ਦੇ ਵਿੱਚ ਆਉਂਦੇ ਆ, ਘਰੋਂ ਸੋਚ ਕੇ ਆਉਂਦੇ, ਅਸੀਂ ਮੱਥਾ ਟੇਕਣ ਜਾ ਰਹੇ ਹਾਂ, ਅਸੀਂ ਆ ਯਾਰ ਪਹਿਲਾਂ ਉਹਨੂੰ ਸਮਝ ਲੈ ਕੇ ਕਾਹਦੇ ਵਾਸਤੇ ਜਾ, ਕਾਹਦੇ ਵਾਸਤੇ ਰਹੇ। ਮੱਥਾ ਤੇ ਮੈਂ ਕਈ ਵਾਰੀ ਦੱਸਦਾ, ਜਿਹੜੇ ਮੈਂ ਕੱਲ ਪਰਸੋਂ ਕੋਈ ਦੱਸਿਆ, ਕਿਉਂਕਿ ਸੇਵਾਦਾਰ ਬੈਠੇ ਸੀ, ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਇਸ ਤਰ੍ਹਾਂ ਕਰਨੇ ਮਤ, ਮੈਂ ਕਿਹਾ ਬੇਟੇ ਮੱਥਾ ਤੇ ਤੁਹਾਡਾ ਉੱਥੇ ਟੇਕ ਕੇ ਵੀ ਮਨਜ਼ੂਰ ਹੈ, ਕੋਈ ਐਸਾ ਤਾਂ ਨਹੀਂ ਹੈ ਜਿਹਨੂੰ ਅਸੀਂ ਗੁਰੂ ਕਹਿ ਰਹੇ ਹਾਂ, ਜਿਹਨੂੰ ਅਸੀਂ ਸਤਿਗੁਰ ਕਹਿ ਰਹੇ ਹਾਂ, ਜਿਹਨੂੰ ਅਸੀਂ ਪਰਮੇਸ਼ਵਰ ਕਹਿ ਰਹੇ ਹਾਂ, ਉਹ ਕਿਹੜੀ ਜਗ੍ਹਾ ਜਿੱਥੇ ਨਹੀਂ ਹੈਗਾ? ਉਹ ਹਰ ਜਗ੍ਹਾ ਹੀ ਹੈ, ਸਿਰਫ ਬਾਹਰਲੇ ਤੌਰ ਦੇ ਉੱਤੇ, ਕਿਉਂਕਿ ਅਜੇ ਸਾਡੀ ਉਹ ਪਹੁੰਚ ਨਹੀਂ ਹੋਈ ਉੱਥੋਂ ਤੱਕ, ਇਸ ਕਰਕੇ ਨਾ ਸਾਡਾ ਸਾਨੂੰ ਲੱਗਦਾ ਮੱਥਾ ਟੇਕਾ ਉੱਥੋਂ ਤੱਕ ਜਾਂਦਾ, ਨਾ ਉਹਨਾਂ ਦੇ ਵਚਨ, ਕਿਉਂਕਿ ਅੰਦਰ ਤੇ ਉਹ ਸਭ ਕੁਝ ਚੱਲ ਰਿਹਾ, ਲੇਕਿਨ ਅਜੇ ਸਾਡੀ ਪਹੁੰਚ ਨਹੀਂ ਹੋਈ, ਇਸ ਕਰਕੇ ਅਸੀਂ ਬਾਹਰਲੇ ਤੌਰ ਦੇ ਉੱਤੇ ਉਹਨਾਂ ਦੇ ਪਾਸ ਆਉਂਦੇ ਹਾਂ। ਔਰ ਇਹ ਜਿਹੜੀ ਗੁਰਸਿੱਖ ਵਾਲੀ ਪ੍ਰਥਾ ਵੀ ਕਿਉਂ ਇਸੇ ਕਰਕੇ ਚੱਲੀ, ਗੁਰਧਾਮ ਕਹਿ ਲਈਏ, ਗੁਰੂਕੁਲ ਕਹਿ ਲਈਏ, ਬਣੇ ਉਹਦੇ ਵਿੱਚ ਸਿੱਖਿਆ ਆਣ ਕੇ ਲੈਣ ਵਾਸਤੇ। ਲੇਕਿਨ ਜਿਸ ਤਰ੍ਹਾਂ ਪਹਿਲਾਂ ਕਿਹਾ ਹੈ ਕਿ ਜਦੋਂ ਤੱਕ ਸਮਝ ਨਹੀਂ ਲੱਗਦੀ, ਉਦੋਂ ਤੱਕ ਕੀ ਹੁੰਦਾ ਹੈ ਕਿ ਫਿਰ ਅਸੀਂ ਸ਼ੁਕਰਾਨਾ ਨਹੀਂ ਕਰਦੇ, ਸਗੋਂ ਉਹ ਉਲਟਾ, ਸਗੋਂ ਜਿਹੜਾ ਆ ਉਹ ਚੀਜ਼ ਚੱਲ ਪੈਂਦੀ। ਇਸੇ ਤਰ੍ਹਾਂ ਬਚਨ ਜਿਹੜੇ ਆਏ ਨੇ ਕਿ ਗੁਰ ਸਿੱਖਾਂ ਕੇ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਮੈਂ ਕਿਹਾ ਕਿ ਵਡਿਆਈ ਤੇ ਉਹਨਾਂ ਦੀ ਹੈ,
ਕਿ ਬਈ ਹਰ ਚੀਜ਼ ਚਲਾ ਰਹੇ ਨੇ, ਸਾਹ ਉਹਨਾਂ ਦੇ ਦਿੱਤੇ ਚੱਲ ਰਹੇ ਨੇ, ਘਰ-ਬਾਰ ਸਾਰਾ ਸੰਸਾਰ, ਹਵਾ ਨਾ ਚੱਲੇ, ਕਿਹੜੀ ਗੱਲ ਦਾ ਅਸੀਂ ਸ਼ੁਕਰਾਨਾ। ਮੰਨ ਲਓ ਹੁਣ ਹਵਾ ਹੀ ਬੰਦ ਹੋ ਜਾਵੇ ਬਿਲਕੁਲ, ਉਹ ਆਪਣੀ ਇਹ ਚੀਜ਼ ਹੀ ਖਿੱਚ ਲਵੇ ਤੇ ਅਸੀਂ ਬਾਕੀ ਸਾਡੇ ਕੋਲ ਪੈਸਾ ਪਿਆ ਹੋਵੇ, ਸਾਡੇ ਕੋਲ ਘਰ-ਬਾਰ ਬੜੇ ਵਧੀਆ ਗੱਡੀਆਂ ਹੋਣ, ਸਾਡੇ ਕਿਸ ਕੰਮ ਆਉਣਗੇ? ਧੁੱਪ ਨਾ ਚੜ੍ਹੇ, ਕੀ ਜੀਵਨ ਹੈਗਾ ਹੈ? ਮਤਲਬ ਉਹਨਾਂ ਦੀਆਂ ਅਸੰਖ ਐਸੀਆਂ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦਾ ਸਾਨੂੰ ਕਦੀ ਧਿਆਨ ਹੀ ਨਹੀਂ ਆਇਆ ਕਿ ਸ਼ੁਕਰਾਨਾ ਕਰੀਏ। ਤੇ ਉਹਨੇ ਫਰਮਾਇਆ ਕਿ ਗੁਰ ਸਿੱਖਾਂ ਕੇ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਜਦੋਂ ਸਤਿਗੁਰ ਦਇਆ ਕਰਦੇ ਨੇ ਕਿਸੇ ਸਿੱਖ ਦੇ ਉੱਤੇ ਤੇ ਉਹਦੇ ਮਨ ਦੇ ਵਿੱਚ ਐਸਾ ਭਾਵ ਆਉਂਦਾ ਹੈ ਤੇ ਉਹ ਫਿਰ ਸਤਿਗੁਰ ਦੀ ਵਡਿਆਈ, ਸਤਿਗੁਰ ਦਾ ਸ਼ੋਭਾ ਸੁਣ ਕੇ ਖੁਸ਼ ਹੁੰਦਾ ਹੈ। ਨਹੀਂ ਤੇ ਹੁਣ ਨਹੀਂ, ਪਿੱਛੋਂ ਜਦੋਂ ਤੱਕ ਮੈਂ ਕਿਹਾ ਕਿ ਇਤਿਹਾਸ ਦੇਖ ਲਈਏ, ਬੜੇ ਟਾਈਮ ਦੇ ਉੱਤੇ ਬਹੁਤ ਘੱਟ ਕੋਈ ਐਸੇ ਹੋਏ ਜਿਨ੍ਹਾਂ ਨੇ ਸਤਿਗੁਰਾਂ ਦੀ ਜਿਹੜੀ ਸੀ ਸ਼ੋਭਾ, ਜਿਹੜੀ ਜਿਨ੍ਹਾਂ ਨੂੰ ਖੁਸ਼ੀ ਹੋਈ। ਬਹੁਤ ਜਾਣੇ ਸੀ, ਮੈਂ ਇਤਿਹਾਸ ਪੜ੍ਹ ਕੇ ਦੇਖੀਏ, ਕਿਸੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ, ਕਿਸੇ ਨੇ ਤੱਤੀਆਂ ਲੋਹਾਂ ਤੇ ਬਿਠਾਇਆ, ਕਿਸੇ ਨੇ ਉਹਨਾਂ ਨੂੰ ਮਾਰਨ ਦੇ ਬਣਾਏ, ਕੋਈ ਪਲਾਨ ਬਣਾਏ, ਕਈ ਕੁਛ ਕੀਤਾ। ਸਰਕਾਰਾਂ ਨਾਲ, ਬਾਹਰਲੀਆਂ ਸਰਕਾਰਾਂ ਨਾਲ ਕਿ ਉਹਨਾਂ ਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਮਤਲਬ ਕਿ ਉਹ ਜਿਹੜੀ ਚੀਜ਼, ਜਦੋਂ ਤੱਕ ਉਸ ਚੀਜ਼ ਤੋਂ ਨਹੀਂ ਸੀ ਪਤਾ, ਜਦੋਂ ਉਹਨਾਂ ਦੀ ਵਡਿਆਈ ਜਾਂ ਕੋਈ ਉਹਨਾਂ ਦੀ ਦੇਖੀ ਉਸ ਬਾਹਰਲੇ ਸੰਸਾਰ 'ਚ ਕਿ ਬਈ ਦੁਨੀਆਦਾਰੀ ਦੇ ਵਿੱਚ, ਤੇ ਜਿਸ ਤਰ੍ਹਾਂ ਅਸੀਂ ਦੁਨੀਆਦਾਰੀ ਆਪਣੇ ਪਰਿਵਾਰਾਂ ਦੇ ਵਿੱਚ ਉਹ ਈਰਖਾਬਾਜ਼ੀ ਕਰਦੇ, ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਨਾਲ ਵੀ ਉਹ ਕਮਾਉਣੀ ਸ਼ੁਰੂ ਕਰ ਦਿੱਤੀ। ਕਿਹਨਾਂ ਨਾਲ? ਜਿਹੜੇ ਸਾਨੂੰ ਹਮੇਸ਼ਾ ਹੀ ਦਇਆ ਕਰਦੇ ਨੇ, ਜਿਹੜੇ ਹਮੇਸ਼ਾ ਹੀ ਸਾਡੇ ਵਾਸਤੇ ਹਰ ਇੱਕ ਚੀਜ਼ ਵਾਸਤੇ ਤਿਆਰ ਰਹਿੰਦੇ ਨੇ। ਦਿਨ ਰਾਤ ਯਾਦ ਕਰੀਏ, ਰਾਤ ਯਾਦ ਕਰੀਏ, ਜਿਸ ਵੇਲੇ ਮਰਜ਼ੀ ਆ, ਭਾਵੇਂ ਉਹਨਾਂ ਦਾ ਬਚਨ ਮੰਨੀਏ ਨਾ ਮੰਨੀਏ, ਫਿਰ ਵੀ ਉਹਨਾਂ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਨੇ। ਉਹ ਕਦੀ ਸਾਨੂੰ ਕਦੀ ਕਿਸੇ ਤਰ੍ਹਾਂ ਦਾ ਵੀ ਪਿੱਠ ਨਹੀਂ ਵਿਖਾਉਂਦੇ, ਉਹਨਾਂ ਨਾਲ ਮਨ ਦੇ ਵਿੱਚ ਰੋਸੇ ਰੱਖ ਲੈਂਦਾ ਹੈ। ਤਾਂ ਕਿ ਗੁਰ ਸਿੱਖਾਂ ਕੇ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਗੁਰਸਿੱਖੀ ਜਿਹੜੇ ਆ, ਜਦੋਂ ਗੁਰਸਿੱਖ ਬਣੇਗਾ, ਸਿੱਖਿਆ ਤੇ ਚੱਲੇਗਾ, ਫਿਰ ਇਹਨੂੰ ਪਤਾ ਲੱਗੇਗਾ ਕਿ ਗੁਰੂ ਦੀ ਕੀ ਵਡਿਆਈ ਹੈ। ਫਿਰ ਇਹਦੇ ਮਨ 'ਚ ਕਦੀ ਵੀ ਕੋਈ ਚੀਜ਼ ਨਹੀਂ ਆਏਗੀ। ਫਿਰ ਇਹ ਹਰ ਵੇਲੇ ਹੀ ਮਤਲਬ ਸ਼ੁਕਰਾਨਾ ਹੀ ਕਰਦਾ ਰਹੇਗਾ ਕਿ ਸਤਿਗੁਰੂ ਜੀ ਤੁਹਾਡੀ ਬਹੁਤ ਦਇਆ ਕਿਰਪਾ ਹੈ, ਜੋ ਮਰਜ਼ੀ ਹੋ ਜਾਵੇ। ਕਿਉਂਕਿ ਕਦੀ ਵੀ ਉਹ ਇਹਨੂੰ ਦੁੱਖ ਨਹੀਂ ਦੇਣਾ ਚਾਹੁੰਦੇ, ਉਹ ਇਹਦੇ ਹਿਤੈਸ਼ੀ ਨੇ। ਹਿਤੈਸ਼ੀ ਨੇ, ਹਮੇਸ਼ਾ ਹੀ ਹਿੱਤ ਕਰਦੇ ਨੇ, ਲੇਕਿਨ ਸਾਡੇ ਕਰਮਾਂ ਦਾ ਜੋ ਬੋਝ ਹੈ ਉਹਨੂੰ ਹਲਕਾ ਕਰਨ ਵਾਸਤੇ ਕੋਈ ਨਾ ਕੋਈ ਸਾਨੂੰ ਬਚਨ ਲਗਾਉਂਦੇ ਨੇ। ਜੇ ਅਸੀਂ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਉਸ ਤਰ੍ਹਾਂ ਦਾ ਆਪਣਾ ਕਰ ਲਈਏ ਚਾਲ ਢਾਲ, ਤੇ ਬਈ ਉਹਨਾਂ ਦੀ ਦਇਆ ਜਿਹੜੀ ਹੈ ਸਾਨੂੰ ਫਿਰ ਪਤਾ ਲੱਗਣਾ ਸ਼ੁਰੂ ਹੁੰਦੀ ਹੈ। ਹਾਂਜੀ। ਗੁਰ ਸਿੱਖਾਂ ਕੈ ਮਨ ਭਾਵੰਦੀ, ਗੁਰ ਸਤਿਗੁਰ ਕੀ ਵਡਿਆਈ। ਹਰ ਰਾਖੋ ਪੈਜ ਸਤਿਗੁਰੂ ਕੀ, ਨਿਤ ਚੜ੍ਹੇ ਸਵਾਈ। ਦੇਖੋ ਹੁਣ ਜਿਹੜਾ ਵਚਨ ਹੋ ਰਿਹਾ ਹੈ ਅੱਗੇ ਹੀ ਸਤਸੰਗ ਦੇ ਵਿੱਚ, ਜਿਸ ਤਰ੍ਹਾਂ ਵਚਨ ਸੁਣਦੇ ਆ, ਉਹ ਸਿੱਖ ਦੇ ਉੱਤੇ ਸਾਰੇ ਹੁੰਦੇ ਨੇ ਜ਼ਿਆਦਾਤਰ। ਹੁਣ ਜਿਹੜਾ ਅੱਜ ਦਾ ਵਚਨ ਚੱਲ ਰਿਹਾ ਉਹ ਕੀ ਸਤਿਗੁਰ ਦੇ ਉੱਤੇ। ਉਹਨੇ ਕਿਹਾ ਗੁਰ ਸਿੱਖਾਂ ਕੇ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਗੁਰ ਸਿੱਖਾਂ ਦੇ ਸਤਿਗੁਰ ਦੀ ਵਡਿਆਈ ਦੀ ਗੱਲ ਹੋ ਰਹੀ ਹੈ। ਕਹਿੰਦੇ ਉਹਨੂੰ ਵੀ ਗੁਰਸਿੱਖ ਹੀ ਜਰਦੇ ਨੇ, ਜਿਨ੍ਹਾਂ ਦਾ ਉਹਨਾਂ ਦੇ ਨਾਲ ਹੋ ਜਾਂਦਾ। ਨਹੀਂ ਤੇ ਬਾਕੀ ਦੁਨੀਆ ਜਿਹੜੀ ਆ ਉਹ ਈਰਖਾ ਹੀ, ਉਹਨਾਂ ਨਾਲ ਵੀ ਈਰਖਾ ਕਮਾਈ ਜਾਂਦੀ ਹੈ। ਪਿੱਛੇ ਅਸੀਂ ਰਾਮ ਜੀ ਦੇਖੀਏ, ਕ੍ਰਿਸ਼ਨ ਜੀ ਦੇਖੀਏ, ਜਿਨ੍ਹਾਂ ਨੂੰ ਅੱਜ ਅਸੀਂ ਮੱਥੇ ਟੇਕਦੇ ਹਾਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਦਾ ਇਤਿਹਾਸ ਦੇਖੀਏ, ਅੱਜ ਜਿੱਥੇ ਜਿੱਥੇ ਚਰਨ ਧਰੇ ਉੱਥੇ ਗੁਰਦੁਆਰੇ ਬਣ ਗਏ ਨੇ। ਲੋਕੀ ਦਿਨ ਰਾਤ ਉੱਥੇ ਸੇਵਾ ਕਰਦੇ ਨੇ, ਦੁੱਧ ਨਾਲ ਉਹ ਫਰਸ਼ ਧੋਂਦੇ ਨੇ, ਕਿੰਨਾ ਕੁਛ ਕਰਦੇ ਨੇ। ਪਰ ਲੇਕਿਨ ਜਦੋਂ ਉਹ ਦੇਹ ਸਰੂਪ ਆਏ, ਉਸ ਵੇਲੇ ਦੁਨੀਆ ਨੇ ਉਹਨਾਂ ਦੇ ਨਾਲ ਕੀ ਕੀਤਾ? ਉਸ ਵੇਲੇ ਦਾ ਅਸੀਂ ਇਤਿਹਾਸ ਦੇਖੀਏ ਤੇ ਉਸ ਵੇਲੇ ਕੋਈ ਵੀ, ਹੁਣ ਅੱਜ ਸੋਨੇ ਦੇ ਛਤਰ ਕਈ ਕੁਛ, ਲੇਕਿਨ ਉਸ ਟਾਈਮ ਦਾ ਅਸੀਂ ਹਾਲਾਤ ਦੇਖੀਏ ਤੇ ਜਿਸ ਤਰ੍ਹਾਂ ਦੇਖੀਏ ਹੁਣ ਰਾਮ ਜੀ ਦੀ, ਕ੍ਰਿਸ਼ਨ ਜੀ ਦੀ ਗੱਲ ਕਰਦੇ ਹਾਂ, ਜਾਂ ਕਿਸੇ ਵੀ ਸੰਤ ਮਹਾਂਪੁਰਖ ਦੀ, ਉਸ ਟਾਈਮ ਦੇ ਉੱਤੇ ਕਿਸੇ ਨੂੰ ਜੰਗਲਾਂ 'ਚ ਰਹਿਣਾ ਪਿਆ, ਕਿਸੇ ਨੂੰ ਯੁੱਧ ਲੜਨੇ ਪਏ, ਕਈ ਵਾਰੀ ਤੀਰ ਲੱਗੇ ਉਹਨਾਂ ਨੂੰ, ਕਈ ਵਾਰੀ ਜੇਲ੍ਹਾਂ 'ਚ ਗਏ, ਕਈ ਵਾਰੀ ਹੋਰ ਕਈ ਕੁਛ ਹੋਇਆ ਉਹਨਾਂ ਨੂੰ। ਇਸੇ ਤਰ੍ਹਾਂ ਨੂੰ ਫੜਾਇਆ ਕਿ ਜਦੋਂ ਉਹ ਚੀਜ਼ਾਂ ਹੁੰਦੀਆਂ ਨੇ ਤੇ ਉਹੀ ਸਤਿਗੁਰ ਦੀ ਜਿਹੜੀ ਆ ਉਹ ਅਸੀਂ ਉਹ ਕਰਦੇ ਹਾਂ, ਆਲੋਚਨਾ ਕਰਦੇ ਹਾਂ। ਤੇ ਉਹਨਾਂ ਕਿਹਾ ਕਿ ਪਰ ਗੁਰ ਹਰ ਰਾਖੇ ਪੈਜ ਸਤਿਗੁਰ ਕੀ,
ਨਿਤ ਚੜੇ ਸਵਾਈ। ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਹੈ, ਜਿਹੜੀ ਤਾਕਤ ਮਗਰ ਕੰਮ ਕਰ ਰਹੀ ਹੈ, ਉਹ ਉਹਨਾਂ ਦੀ ਪੈਜ ਰੱਖਦੀ ਹੈ। ਹਰ ਰਾਖੇ ਪੈਜ ਸਤਿਗੁਰ ਕੀ। ਕਿਉਂਕਿ ਸਤਿਗੁਰਾਂ ਅਸੀਂ ਹਮੇਸ਼ਾ ਦੇਖਦੇ ਹਾਂ, ਗੁਰੂ ਮਹਾਰਾਜ ਜੀ ਨੇ ਫਰਮਾਉਣਾ, ਇੱਕ ਵਾਰੀ ਮੈਂ ਦੱਸਿਆ ਇੱਥੇ ਦੀ ਗੱਲ, ਕੋਈ ਸੇਵਾਦਾਰ ਨੇ ਆ ਕੇ ਦੱਸਿਆ ਕਿ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਕੋਈ ਫਲਾਣੇ ਗੱਲ ਕਰ ਰਹੇ ਸੀ, ਇਸ ਤਰ੍ਹਾਂ ਕੋਈ ਗੁਰੂ ਮਹਾਰਾਜ ਗੁਰਸਤਿਗੁਰ ਫਰਮਾਉਣ ਲੱਗੇ, ਬਈ ਮੇਰਾ ਕੀ ਹੈ ਇੱਥੇ, ਮੇਰਾ ਕੀ ਹੈ? ਬਈ ਜਿਨ੍ਹਾਂ ਦਾ ਡੇਰਾ ਹੈ, ਜਿਨ੍ਹਾਂ ਦਾ ਹੁਕਮ ਹੈ, ਉਹਨਾਂ ਨੂੰ ਨਹੀਂ ਫਿਕਰ ਹੈਗੀ, ਉਹ ਆਪੇ ਦੇਖ ਲੈਣਗੇ। ਇਸੇ ਤਰ੍ਹਾਂ ਹੀ ਉਹਨਾਂ ਜੋ ਵਚਨ ਆ ਰਹੇ ਨੇ ਕਿ ਹਰ ਰਾਖੇ ਪੈਜ ਸਤਿਗੁਰ ਕੀ ਨਿਤ ਚੜੇ ਸਵਾਈ। ਉਹਨਾਂ ਦੀ ਜਿਹੜੀ ਸ਼ੋਭਾ ਹੈ ਕਿਸੇ ਚੀਜ਼ ਨਾਲ ਘਟਦੀ ਨਹੀਂ ਹੈ। ਚਾਹੇ ਉਹਨਾਂ ਨੂੰ ਜੇਲ੍ਹਾਂ 'ਚ ਪਾ ਦਿੱਤਾ ਗਿਆ, ਚਾਹੇ ਉਹਨਾਂ ਨਾਲ ਈਰਖਾ ਰੱਖੀ ਗਈ, ਚਾਹੇ ਉਹਨਾਂ ਨੂੰ ਦੁੱਖ ਦਿੱਤੇ ਗਏ, ਅੱਜ ਦੇਖੀ ਉਹ ਇਤਿਹਾਸ ਕਿੰਨੀ ਦੇਰ ਹੋ ਗਈ ਹੈ, ਪਰ ਉਹਨਾਂ ਦੀ ਨਿਤ ਰੋਜ਼ ਚੜ੍ਹਾਈ ਹੁੰਦੀ ਗਈ, ਉਹਨਾਂ ਦੀ ਸ਼ੋਭਾ ਵੱਧਦੀ ਗਈ, ਘਟੀ ਨਹੀਂ। ਸੰਸਾਰੀ ਤੌਰ ਦੇ ਉੱਤੇ ਕਿਸੇ ਬੰਦੇ ਤੇ ਕੋਈ ਗੱਲ ਹੁੰਦੀ ਹੈ ਤੇ ਉਹ ਬੰਦਾ ਹੌਲੀ ਹੌਲੀ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਸਤਿਗੁਰਾਂ ਦੀ ਗੱਲ ਜਿਹੜੇ ਜਿੱਥੇ ਸੱਚ ਹੈ, ਜਿਸ ਤਰ੍ਹਾਂ ਸੋਨਾ ਹੋਇਆ, ਜਿਹੜਾ ਸੋਨੇ ਨੂੰ ਜੋ ਮਰਜ਼ੀ ਹੈ, ਜੋ ਭਾਵੇਂ ਚੱਕੜ 'ਚ ਵੀ ਪਿਆ ਕੁਛ ਵੀ ਆ, ਭਈ ਉਹਦੀ ਕੀਮਤ ਨਹੀਂ ਘਟੀ। ਇਸੇ ਤਰ੍ਹਾਂ ਹੀ ਚਾਹੇ ਉਹਨਾਂ ਦੇ ਜਿਸ ਤਰ੍ਹਾਂ ਦੇ ਮਰਜ਼ੀ ਕੋਈ ਲੱਗੇ, ਪਰ ਉਹਨਾਂ ਦੀ ਜਿਹੜੀ ਆ ਸ਼ੋਭਾ ਵੱਧਦੀ ਗਈ, ਦਿਨੋਂ ਦਿਨ ਵੱਧਦੀ ਗਈ। ਕਿਉਂ ਵੱਧਦੀ ਗਈ? ਕਿ ਹਰ ਰੱਖ ਪੈ ਜਾਏ, ਕਿ ਪਿੱਛੇ ਹਰੀ ਦੀ ਤਾਕਤ, ਉਹਦਾ ਹੁਕਮ ਚੱਲ ਰਿਹਾ ਪਿੱਛੇ। ਇਸ ਕਰਕੇ ਦੁਨੀਆ ਨੂੰ ਸਮਝ ਲੱਗੇ ਨਾ ਲੱਗੇ, ਉਹ ਜਿੰਨੀ ਸਾਡੇ ਕੋਲ ਸਮਝ ਆ, ਅਸੀਂ ਉਸ ਹਿਸਾਬ ਨਾਲ ਗੱਲ ਕਰਨੀ ਆ, ਪਰ ਵੀ ਉਹਨਾਂ ਦੀ ਸ਼ੋਭਾ 'ਚ ਕੋਈ ਫਰਕ ਨਹੀਂ ਪੈਂਦਾ। ਉਹ ਦਿਨ ਸਵਾਈ ਜਿਹੜੀ ਆ ਉਹ ਵੱਧਦੀ ਜਾਂਦੀ ਹੈ। ਹਾਂਜੀ। ਹਰ ਰਾਖੋ ਪੈਜ ਸਤ ਗੁਰੂ ਕੀ ਨਿਤ ਚੜ੍ਹੇ ਸਵਾਈ। ਗੁਰ ਸਤ ਗੁਰ ਕੈ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਛਡਾਈ। ਬੜਾ ਖੁਸ਼ ਹੁੰਦਾ ਹੈ ਉਸ ਟਾਈਮ ਦੇ ਉੱਤੇ, ਜਦੋਂ ਵੀ ਉਹ ਸੱਚੀ ਤਾਕਤ ਸਾਹਮਣੇ ਤੋਂ ਸ਼ੁਰੂ, ਕਿ ਉਹ ਕਾਲ ਦਾ ਦੇਸ਼ ਹੈ, ਕਾਲ ਦਾ ਦੇਸ਼ ਹੈ, ਤੇ ਉਹ ਕੋਈ ਨਾ ਕੋਈ ਆਪਣਾ ਜਿਹੜੀ ਖੇਡ ਰਚਦਾ ਹੈ। ਲੇਕਿਨ ਜਿਹੜੇ ਤੇ ਗੁਰਸਿੱਖ ਹੁੰਦੇ ਨੇ, ਜਿਹੜੇ ਤੇ ਉਹ ਉਹਨਾਂ ਦਾ ਸਿੱਖਿਆ ਦੇ ਉੱਤੇ ਚੱਲ ਰਹੇ ਹੁੰਦੇ ਨੇ, ਉਹਨਾਂ ਨੂੰ ਤੇ ਉਹ ਅੱਖ ਮਿਲ ਜਾਂਦੀ ਹੈ, ਉਹਨਾਂ ਨੂੰ ਦਿਸਣਾ ਸ਼ੁਰੂ ਹੋ ਜਾਂਦਾ ਹੈ, ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਫਿਰ ਧੋਖਾ ਨਹੀਂ ਖਾਂਦੇ। ਪਰ ਜਿਹੜੇ ਉਸ ਚੀਜ਼ ਦੇ ਉੱਤੇ ਚੱਲ ਨਹੀਂ ਰਹੇ ਹੁੰਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਤੇ ਉਹ ਜਿਹੜਾ ਮਾਇਆ ਦਾ ਪਰਦਾ, ਜਿਹੜਾ ਕਾਲ ਦਾ, ਜਿਹੜਾ ਸਾਡਾ ਅੱਖ ਅੱਗੇ ਆ ਜਾਂਦਾ ਹੈ, ਤੇ ਸਾਡਾ ਟਾਈਮ ਜਿਹੜਾ ਬਰਬਾਦ ਹੋ ਜਾਂਦਾ ਹੈ। ਜਿਸ ਤਰ੍ਹਾਂ ਪਿਛਲਾ ਬਚਨ ਆਇਆ ਕਿ ਹਰ ਰੱਖ ਪੈਜ ਸਤਿਗੁਰ ਕੀ ਨਿਤ ਚੜੇ ਸਵਾਈ, ਬਈ ਉਹਨਾਂ ਦੀ ਤੇ ਉਸ ਘਟਦੀ ਨਹੀਂ ਕਿਸੇ ਤਰ੍ਹਾਂ, ਪਰ ਹੁੰਦੀ ਤਾਂ ਹੈਗੀ ਹੈ ਨਾ। ਅਸੀਂ ਦੇਖੀਏ ਆਪਣੇ ਮਨਾਂ ਦੇ ਵਿੱਚ, ਮੈਂ ਕਈ ਵਾਰੀ ਦੱਸਿਆ ਹੈ, ਸਤਿਗੁਰਾਂ ਨੇ ਤੇ ਸੇਵਾ ਦੇ ਵਿੱਚ ਹੀ ਸ਼ੁਰੂ ਤੋਂ ਰੱਖਿਆ, ਸਿੱਖ ਜਿਹੜੇ ਨੇ, ਜਿਹੜੇ ਮੱਥੇ ਟੇਕੇ, ਜਿਨ੍ਹਾਂ ਨੇ ਨਾਮ ਲਏ, ਜਿਹੜੇ ਉਹਨਾਂ ਦੇ ਅੱਗੇ ਪਿੱਛੇ ਘੁੰਮਣ ਵਾਲੇ ਵੀ ਮਨ ਦੇ ਵਿੱਚ ਸੰਸ਼ੇ ਉਹਨਾਂ ਦੇ ਵੀ ਆ ਗਏ। ਕਈ ਵਾਰੀ ਕਹਿਣਾ ਨਹੀਂ, ਫਲਾਣੇ ਵੱਲ ਦੀ ਗੱਲ ਕਰਦੇ ਨੇ, ਫਲਾਣੇ ਵੱਲ ਦੀ ਗੱਲ ਹੈ, ਉਹਦੇ ਨਾਲ ਜ਼ਿਆਦਾ, ਉਹਦੀ ਜ਼ਿਆਦਾ ਸੁਣਦੇ ਨੇ, ਉਹਦੇ ਵੱਲ ਦੀ ਗੱਲ ਕਰਦੇ ਨੇ, ਉਹਨਾਂ ਨੂੰ ਜ਼ਿਆਦਾ ਪਿਆਰ ਮਿਲਦਾ ਹੈ, ਉਹਨਾਂ ਨੂੰ ਇਹ ਕਰਦਾ, ਮਤਲਬ ਮਨ ਦੇ ਵਿੱਚ ਜਿਹੜੇ ਕੋਈ ਨਾ ਕੋਈ ਆਉਂਦੀ ਰਹਿੰਦੀ ਹੈ। ਫਿਰ ਜਦੋਂ ਇਹ ਚੀਜ਼ਾਂ ਹੌਲੀ ਹੌਲੀ ਮੈਲ ਇਕੱਠੀ ਹੋਣੀ ਸ਼ੁਰੂ ਹੁੰਦੀ ਹੈ, ਫਿਰ ਕਦੀ ਨਾ ਕਦੀ ਮਨ ਦੇ ਵਿੱਚ ਫਿਰ ਉਹ ਜਿਹੜੀ ਆ ਚੀਜ਼ ਘਟਦੀ ਹੈ ਗੁਰਭਗਤੀ ਵਾਲੀ। ਲੇਕਿਨ ਪਹਿਲਾਂ ਕਿਹਾ ਕਿ ਸਤਿਗੁਰ ਬਈ ਉਹ ਉਹਨਾਂ ਦਾ ਕੋਈ ਦੁਸ਼ਮਣ ਨਹੀਂ ਹੈ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਉਹ ਤੇ ਬਈ ਨਿਸ਼ਪਕਸ਼ ਜੀ ਸਾਡੇ ਵਾਸਤੇ ਉਹ ਆਪਣਾ ਸੰਦੇਸ਼ ਦੇਈ ਜਾ ਰਹੇ ਨੇ। ਜਿਸ ਤਰੀਕੇ ਨਾਲ ਕੋਈ ਮੰਨਦਾ, ਜਿੰਨਾ ਚੱਲਦਾ, ਉਹਨਾਂ ਨਾਲ ਫਾਇਦਾ ਉਠਾ ਲੈਂਦਾ ਹੈ, ਜਿਹੜਾ ਨਹੀਂ ਕਰਦਾ ਉਹ ਉਹਨਾਂ ਪਿੱਛੇ ਰਹਿ ਜਾਂਦਾ ਹੈ। ਤੇ ਇਸੇ ਤਰ੍ਹਾਂ ਫਰਮਾ ਰਹੇ ਨੇ, ਗੁਰ ਸਤਿਗੁਰ ਕੇ ਮਨ ਪਾਰ ਬ੍ਰਹਮ ਹੈ। ਕਿਉਂਕਿ ਜਿਸ ਤਰ੍ਹਾਂ ਪਿੱਛੇ ਉਹਨਾਂ ਦੇ ਵਚਨ ਆਏ ਆ ਕਿ ਸਤਿਗੁਰ ਕੀ ਨਿਤ ਚੜੇ ਸਵਾਈ, ਉਹਨਾਂ ਨੂੰ ਕਿਸੇ ਵੀ ਚੀਜ਼ ਨਾਲ ਫਰਕ ਨਹੀਂ ਪੈਂਦਾ। ਕਿਉਂ ਫਰਕ? ਦੁਨੀਆ 'ਚ ਤੇ ਇੱਕ ਮਾੜੀ ਜੀ ਕੋਈ ਗੱਲਬਾਤ ਹੋਵੇ ਤਾਂ ਅਸੀਂ ਕਹਿੰਦੇ ਹਾਂ ਲਓ ਜੀ ਉਹ ਫਲਾਣੇ ਕਰਕੇ ਆ ਸਾਡਾ ਕਾਰੋਬਾਰ ਬੰਦ ਹੋ ਗਿਆ, ਫਲਾਣੇ ਕਰਕੇ ਸਾਨੂੰ ਰਿਸ਼ਤੇਦਾਰਾਂ ਨੇ ਮਿਲਣਾ ਬੰਦ ਕਰ ਦਿੱਤਾ, ਫਲਾਣੇ ਕਰਕੇ ਮੈਨੂੰ ਆਹ ਘਾਟਾ ਹੋ ਗਿਆ। ਪਰ ਸਾਰੀ ਦੁਨੀਆ ਉਹਨਾਂ ਦੀ ਵੈਰੀ ਇੱਕ ਹੋਵੇ, ਪਰ ਉਹਨਾਂ ਦੀ ਕਿਸੇ ਤਰ੍ਹਾਂ ਦੀ ਸ਼ੋਭਾ 'ਚ ਫਰਕ ਨਹੀਂ ਪੈਂਦਾ, ਵੱਧਦੀ ਜਾਂਦੀ ਹੈ। ਕਿਉਂ ਵੱਧਦੀ ਜਾਂਦੀ ਹੈ? ਕਿ ਗੁਰ ਸਤਿਗੁਰ ਕੇ ਮਨ ਪਾਰ ਬ੍ਰਹਮ ਹੈ। ਉਹਨਾਂ ਨੇ ਆਪਣੇ ਮਨ ਦੇ ਵਿੱਚ ਜਿਹੜਾ ਆ ਮਾਣ ਕਿਹਦਾ ਰੱਖਿਆ ਹੈ? ਉਸ ਸਤਿਗੁਰ ਦਾ, ਆਪਣੇ ਦਾ, ਕਿਉਂਕਿ ਉਹੀ ਪਾਰ ਬ੍ਰਹਮ ਦੇ ਵਾਸੀ ਨੇ।
ਉਹੀ ਨਰਤੋਲ ਲੈ ਕੇ ਸਾਡੇ ਸਨਮੁਖ ਆਉਂਦੇ ਨੇ, ਸਾਨੂੰ ਛਡਾਉਣ ਵਾਸਤੇ ਆਉਂਦੇ ਨੇ, ਸਾਨੂੰ ਕਾਲ ਦੇ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਆਉਂਦੇ ਨੇ। ਇਸ ਕਰਕੇ ਸੰਸਾਰੀ ਤੌਰ ਦੇ ਉੱਤੇ ਸਾਰੇ ਨਾਤੇ ਜਿਹੜੇ ਨੇ, ਜਿੰਨੇ ਮਰਜ਼ੀ ਵਧੀਆ ਪਿਆਰੇ, ਜਿੰਨੇ ਮਰਜ਼ੀ ਕੋਈ ਹੋਣ, ਇਹ ਹੌਲੀ ਹੌਲੀ ਛੁੱਟਦੇ ਛੁੱਟਦੇ ਛੁੱਟ ਜਾਂਦੇ ਨੇ। ਕਿਸੇ ਨਾਲ 4 ਦਿਨ ਅਸੀਂ ਜਿੰਨਾ ਮਰਜ਼ੀ ਕਿਸੇ ਨਾਲ ਪਿਆਰ ਆ, ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਨਾਤਾ ਹੈ, ਸੰਸਾਰੀ ਨਾਤਾ ਹੈ, ਤੁਸੀਂ 4 ਦਿਨ ਉਹ ਤੋਂ ਪਿਛਾਂਹ ਹਟ ਕੇ ਦੇਖੋ, ਉਹਦੀ ਗੱਲ ਮੰਨ ਕੇ ਨਾ ਦੇਖੋ, ਉਹਦੀ ਹਾਂ 'ਚ ਹਾਂ ਨਾ ਮਿਲਾਓ, ਉਸੇ ਵੇਲੇ ਹੀ ਉਹਦੇ ਵਿੱਚ ਦਰਾਰ ਆ ਜਾਂਦੀ ਹੈ। ਜਿੰਨਾ ਮਰਜ਼ੀ ਪਿਆਰਾ, ਜਿੰਨਾ ਮਰਜ਼ੀ ਜਿੱਤੇ ਵੀ ਮਾਣ ਹੈ, ਜਿੰਨਾ ਵੀ ਮੈਂ ਕਹਿ ਦਿੱਤਾ ਕਿ ਵੱਧ ਤੋਂ ਵੱਧ ਮਾਣ ਕਿਸੇ ਵੀ ਰਿਸ਼ਤੇ ਤੇ ਹੈਗਾ ਹੈ, ਉਹ ਪਿਆਰ ਹੈ, ਉਹ ਸਿਰਫ ਕਾਹਦੇ ਕਰਕੇ ਆ, ਕਿਉਂਕਿ ਕਿਤੇ ਨਾ ਕਿਤੇ ਸੁਭਾਅ ਰਲ ਰਹੇ ਨੇ, ਕੋਈ ਤੇ ਹਾਂ ਹੀ ਹਾਂ ਦੇ ਹਾਂ ਮਿਲਾ ਰਹੇ ਆ, ਨਾਲ ਸਾਥ ਦੇ ਰਹੇ। ਜਿੱਦਣ ਆਪਾਂ ਸਾਥ ਦੇਣਾ ਛੱਡਿਆ, ਜਿੱਦਣ ਉਹਦੇ ਹਾਂ 'ਚ ਹਾਂ ਮਿਲਾਉਣੀ ਛੱਡੀ, ਉਹੀ ਜਿਹੜਾ ਦੋਸਤ ਹੈ ਸਾਡਾ ਦੁਸ਼ਮਣ ਬਣ ਜਾਂਦਾ ਹੈ। ਲੇਕਿਨ ਸਤਿਗੁਰ ਨਹੀਂ, ਅਸੀਂ ਉਹਨਾਂ ਦੇ ਮੰਨਦੇ ਹਾਂ ਨਹੀਂ ਮੰਨਦੇ, ਜੋ ਉਹਨਾਂ ਦਾ ਨਾਤਾ ਹੈ ਉਹੀ ਉਹ ਪਾਲਦੇ ਨੇ। ਕਿਉਂ? ਕਾਹਦੇ ਕਰਕੇ? ਕਿਉਂਕਿ ਉਹ ਆਏ ਹੀ ਇਸੇ ਲਈ ਨੇ। ਉਹਨਾਂ ਦੇ ਮਨ ਦੇ ਵਿੱਚ ਕੋਈ ਚੀਜ਼ ਐਸੀ ਹੈ, ਕੋਈ ਜਿਹਦੇ ਘਰ ਦੇ ਵਿੱਚ ਕੋਈ ਪੱਥਰ ਹੋਏਗਾ, ਸੋਟੀ ਹੋਏਗਾ, ਉਹ ਤੇ ਪੱਥਰ ਮਾਰ ਦੇਗਾ, ਸੋਟੀ ਮਾਰ ਦੇਗਾ। ਜਿਹਦੇ ਘਰ ਹੈ ਹੀ ਕੁਛ ਨਹੀਂ, ਜਿਹਦੇ ਘਰ ਹੈ ਹੀ ਫੁੱਲ ਨੇ, ਉਹ ਮਾਰੇਗਾ ਵੀ ਤੇ ਫੁੱਲ ਹੀ ਮਾਰੇਗਾ। ਉਹਦੇ ਕੋਲ ਤਾਂ ਹੋਰ ਕੁਛ ਹੈ ਹੀ ਨਹੀਂ। ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਕੀ ਹੈ? ਪਾਰ ਬ੍ਰਹਮ। ਇਸ ਲਈ ਉਹਨਾਂ ਨੇ ਫਰਮਾਇਆ ਕਿ ਗੁਰ ਸਤਿਗੁਰ ਕੇ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਸ਼ਨਾਈ। ਉਹਨਾਂ ਚਾਹੇ ਦੁਨੀਆ ਜਿੰਨਾ ਮਰਜ਼ੀ ਉਹਨਾਂ ਨੂੰ ਕਿਸੇ ਰੁਝਾਉਣ ਦੀ ਕੋਸ਼ਿਸ਼ ਕਰਦੀ ਏ, ਕਈ ਤਰ੍ਹਾਂ ਦੀਆਂ ਤੁਮਤਾਂ, ਕਈ ਕਦੇ ਕੁਛ ਕਰਦੇ ਆ, ਪਰ ਉਹਨਾਂ ਦੀ ਉਹ ਸਵਾਈ ਨੇ ਰੋਜ਼ ਹੀ ਉਹਨਾਂ ਦੀ ਜਿਹੜੀ ਸ਼ੋਭਾ ਵੱਧਦੀ ਏ, ਉਹ ਕਾਹਦੇ ਕਰਕੇ? ਕਿਉਂਕਿ ਪਿੱਛੇ ਉਸ ਤਾਕਤ ਦਾ ਹੱਥ ਹੈ, ਉਹ ਉਹਨਾਂ ਨੂੰ ਹਰ ਥਾਂ ਤੋਂ ਛੁਡਾ ਲੈਂਦਾ ਹੈ। ਜਿੰਨਾ ਮਰਜ਼ੀ ਕੋਈ ਜਾਲ ਪੈਂਦੇ ਨੇ, ਉਹਦੇ ਚੋਂ ਉਹਨਾਂ ਨੂੰ ਬਾਹਰ ਕੱਢ ਲੈਂਦਾ ਹੈ। ਹਾਂਜੀ। ਗੁਰ ਸਤ ਗੁਰ ਕੈ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਛਡਾਈ। ਗੁਰ ਸਤ ਗੁਰ ਤਾਣ ਦਿਵਾਣ ਹਰ, ਤਿਨ ਸਭ ਆਣ ਨਿਵਾਈ। ਵੱਡੇ ਵੱਡੇ ਜਿਹੜੇ ਦੁਸ਼ਮਣ, ਵੱਡੇ ਵੱਡੇ ਜਿਹੜੇ ਉਹਨਾਂ ਦੇ ਨਾਲ ਈਰਖਾ ਰੱਖਣ ਵਾਲੇ, ਜਿਹੜੇ ਕੋਈ ਪੁਰਾਣੀ ਸੰਗਤ ਸੇਵਾਦਾਰ ਜਿਹੜੇ ਆਪਾਂ ਬੈਠੇ ਆ, ਜਾਣਦੇ ਆ ਕਿ ਜਦੋਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈ ਕਿ ਹਰ ਟਾਈਮ ਦੇ ਉੱਤੇ ਹੋਇਆ, ਕੋਈ ਨਵਾਂ ਨਹੀਂ, ਕੋਈ ਅੱਜ ਦਾ ਤਾਲ, ਹਰ ਟਾਈਮ ਦੇ ਉੱਤੇ ਉਹਨਾਂ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਹੋਈਆਂ। ਕਬੀਰ ਸਾਹਿਬ ਨੂੰ ਕਿਸ ਤਰ੍ਹਾਂ ਕਹਿੰਦੇ ਕਿ ਸੰਗਲ ਸੁੰਗਲ ਬੰਨ੍ਹ ਕੇ ਦਰਿਆ 'ਚ ਸੁੱਟਿਆ ਗਿਆ। ਪਲਟੂ ਸਾਹਿਬ ਹੋਏ, ਹੋਰ ਬਾਕੀ ਜਿਹੜੇ ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ, ਉਹਨਾਂ ਦੇ ਨਾਲ ਜੋ ਜੋ ਵੀ ਉਸ ਵੇਲੇ ਹੋਇਆ, ਉਹ ਇਤਿਹਾਸ ਜਿਹੜਾ ਆ ਅਸੀਂ ਰੋਜ਼ ਪੜ੍ਹਦੇ ਹਾਂ, ਰੋਜ਼ ਸੁਣਦੇ ਹਾਂ, ਰੋਜ਼ ਸੁਣਾਉਂਦੇ ਹਾਂ। ਪਰ ਇੱਕ ਟਾਈਮ ਜਿਹੜਾ ਆਉਂਦਾ ਹੈ ਉਸ ਵੇਲੇ, ਮੈਂ ਕਈ ਵਾਰੀ ਅਸੀਂ ਸੁਣਿਆ ਵੀ ਆ, ਦੱਸਿਆ ਕਈ ਵਾਰੀ, ਪੁਰਾਣੇ ਜਿਹੜੇ ਸੇਵਾਦਾਰ ਜਾਣ ਕੇ, ਜਦੋਂ ਸਤਿਗੁਰਾਂ ਦਾ ਵੀ, ਸਤਿਗੁਰਾਂ ਨੇ ਆਪਣੀ ਖੇਲ ਹੁੰਦਾ ਸਾਨੂੰ ਇੱਕ ਕਰਨ ਵਾਸਤੇ, ਕਿਉਂਕਿ ਗੁਰੂ ਮਹਾਰਾਜ ਨੇ ਇੱਕ ਵਾਰੀ ਫਰਮਾਇਆ, ਜਦੋਂ ਜੰਡਿਆਲੇ ਬਹੁਤ ਸੰਗਤ ਹੋ ਗਈ, ਉੱਥੇ ਕਹਿੰਦੇ ਆ ਕਿ ਸ਼ੈਲਰ ਦੇ ਜਿਹੜਾ ਸਤਸੰਗ ਹੋਇਆ, ਕਿਸੇ ਨੇ ਕਿਹਾ ਕਿ ਗੁਰੂ ਮਹਾਰਾਜ ਦੀ ਸੰਗਤ ਬਹੁਤ ਵੱਧਦੀ ਜਾ ਰਹੀ ਹੈ, ਡੇਰਾ ਹੋਰ ਵੱਡਾ ਕਰਨਾ ਪਏਗਾ। ਸਤਿਗੁਰ ਫਰਮਾਉਣ ਲੱਗੇ ਕਿ ਬਈ ਬੜੇ ਐਸੇ, ਕਿਉਂਕਿ ਜਿਸ ਤਰ੍ਹਾਂ ਸੁੱਕੇ ਪੱਤੇ ਨਾਲ, ਜੇ ਕਿ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੈਗੀ, ਬਸ ਵੈਸੇ ਲੱਗੇ ਪਏ ਨੇ। ਸਤਿਗੁਰ ਫਰਮਾਉਣ ਲੱਗੇ ਬਈ ਪਤਝੜ ਆਉਣ ਵਾਲੀ ਇਹ ਪਤਾ ਚੱਲ, ਸਾਰੇ ਆਪੇ ਸੁੱਕੇ ਪੱਤੇ ਝੜ ਜਾਣੇ। ਕੋਈ ਮੋਝਾ ਜੋ ਵੀ ਬਣਿਆ ਉਸ ਵੇਲੇ, ਕੋਈ ਨਾ ਕੋਈ ਸੰਸਾਰੀ ਬਣਿਆ, ਉਹਨਾਂ ਦੀ ਮੌਜ ਦੇ ਵਿੱਚ ਜੋ ਵੀ ਲੀਲਾ ਹੋਈ ਸਾਰਿਆਂ ਨੂੰ ਪਤਾ ਹੈ। ਲੇਕਿਨ ਜਿਨ੍ਹਾਂ ਦੇ ਦੁਆਰਾ ਉਹ ਰਚਨਾ ਹੋਈ, ਜੋ ਵੀ ਹੈ, ਜਿਸ ਤਰ੍ਹਾਂ ਉਹਨੇ ਕਿਹਾ ਕਿ ਗੁਰ ਸਤਿਗੁਰੂ ਤਾਣ ਦਿਵਾਣ ਹਰ, ਤਿੰਨ ਸਭ ਆਣ ਨਿਵਾਈ। ਜਿੰਨਾ ਮਰਜ਼ੀ ਇੱਕ ਵਾਰੀ ਕੋਈ ਤਾਂ ਚੜ੍ਹਦਾ ਕਰਦਾ ਕਿ ਆਪਣੀ ਉਹਨੂੰ ਜੋ ਉਹਨੂੰ ਕਰਦਾ ਹੈ, ਪਰ ਬਈ ਕਿਉਂਕਿ ਪਿੱਛੇ ਪਾਰ ਬ੍ਰਹਮ ਦਾ ਉਸ ਤਾਕਤ ਦਾ ਹੱਥ ਹੈ, ਕੋਈ ਉਹ ਤੋਂ ਜਿੱਤ ਨਹੀਂ ਸਕਦਾ। ਸਭ ਆਣ ਕੇ ਫਿਰ ਨੀਵੇਂ, ਜਿਹੜੇ ਜਿਹੜੇ ਵੀ ਭਾਵੇਂ ਉਹਨਾਂ ਦੇ ਮੌਜ ਦੇ ਜੋ ਵੀ ਉਹਨਾਂ ਨੇ ਰਚਨਾ ਚਾਹੀ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਕੇ ਨੱਕ ਰਗੜਦੇ ਰਹੇ, ਮਾਫੀਆਂ ਮੰਗਦੇ ਰਹੇ ਕਿ ਸਾਡੇ ਕੋਲ ਸਤਿਗੁਰ ਜੀ ਭੁੱਲ ਹੋ ਗਈ ਹੈ, ਬਖਸ਼ ਦਿਓ ਸਾਨੂੰ। ਕੋਈ ਕਿਸੇ ਤਰ੍ਹਾਂ ਦਾ ਮੂੰਹ ਕਾਲਾ ਕਰਕੇ ਆਇਆ, ਕੋਈ ਗਲ 'ਚ ਜੁੱਤੀਆਂ ਦਾ ਹਾਰ ਪਾ ਕੇ, ਕੋਈ ਕਿਸੇ ਤਰ੍ਹਾਂ ਨੱਕ ਰਗੜਦੇ ਆਏ। ਕਦੇ ਕਰਕੇ? ਕਿਉਂਕਿ ਬਾਹਰਲੇ ਤੌਰ ਤੇ ਤਾਂ ਸਤਿਗੁਰਾਂ ਨੇ ਕੋਈ ਸਿਫਾਰਿਸ਼ਾਂ ਨਹੀਂ ਪਾਈਆਂ ਕਿਸੇ ਤਰ੍ਹਾਂ ਦਾ, ਕਿਸੇ ਨੂੰ ਨਹੀਂ ਆਖਿਆ, ਪਰ ਕਿਉਂਕਿ ਉਸ ਮਗਰ ਉਸ ਤਾਕਤ ਦਾ ਹੱਥ। ਲੇਕਿਨ ਜੋ ਮਰਜ਼ੀ ਕਹੀਏ, ਪਰ ਉਹ ਟਾਈਮ ਤਾਂ ਖਰਾਬ ਹੁੰਦਾ ਹੈ ਨਾ, ਕਰਮ ਦਾ ਬਣਦਾ ਉਸ ਚੀਜ਼ ਦਾ। ਇਸ ਕਰਕੇ ਸੁਣਾਇਆ ਕਿ ਗੁਰ ਸਤਿਗੁਰੂ ਤਾਣ ਦਿਵਾਣ ਹਰ,
ਉਹਨਾਂ ਦਾ ਮਾਣ ਤਾਣ ਕੋਈ ਬਾਹਰਲੇ ਦੁਨੀਆ ਤੇ ਨਹੀਂ, ਸਾਡਾ ਤਾਣ ਦਬਾਣ ਹੁੰਦਾ ਹੈ ਬਾਹਰਲਿਆਂ ਤੇ ਕਿ ਉਹ ਬੰਦਾ ਬੜਾ ਵੱਡਾ, ਉਹਦੀ ਸਿਫਾਰਿਸ਼ ਪਾਉਂਦੇ ਆ, ਉਹ ਫਲਾਣਾ ਬੜਾ ਤਗੜਾ ਆ, ਉਹਦੇ ਕੋਲ ਘੁਮਾਉਂਦੇ ਆ, ਫਿਰ ਗੱਲ ਬਣੇਗੀ। ਪਰ ਉਹਨਾਂ ਦਾ ਇੱਕੋ ਹੀ ਮਾਣ ਤਾਣ ਹੈ, ਉਹ ਕੀ ਹੈ? ਉਸ ਪ੍ਰਭੂ ਦੇ ਉੱਤੇ, ਆਪਣੇ ਸਤਿਗੁਰ ਦੇ ਉੱਤੇ, ਗੁਰੂ ਦੇ ਉੱਤੇ। ਉਹ ਨਹੀਂ ਬਾਹਰ ਕਿਸੇ ਦੇ ਅੱਗੇ ਝੋਲੀ ਫੈਲਾਉਂਦੇ, ਕੁਛ ਵੀ ਹੁੰਦਾ ਆਪਣੇ ਸਤਿਗੁਰ ਨਾਲ ਕਰਦੇ ਆ। ਇਸ ਕਰਕੇ ਕਈ ਵਾਰੀ ਸਰਕਾਰਾਂ ਵੀ ਉਹਨਾਂ ਦੇ ਉਲਟ ਹੋ ਜਾਂਦੀਆਂ ਨੇ, ਕਹਿੰਦੀਆਂ ਦੇਖੋ ਜੀ ਇਹਨਾਂ 'ਚ ਤੇ ਹੰਕਾਰ ਬੜਾ ਹੈ, ਦੇਖੋ ਜੀ ਇਹ ਤੇ ਇਸ ਤਰ੍ਹਾਂ ਕਰਦੇ ਨੇ, ਤੇ ਸਾਡੇ ਕੋਲ ਕਦੀ ਆਏ ਨਹੀਂ, ਇਹਨਾਂ ਨੇ ਸਾਡੇ ਅੱਗੇ ਕਦੀ ਕੋਈ ਸਿਫਾਰਿਸ਼ ਨਹੀਂ ਕੀਤੀ, ਸਾਡੇ ਅੱਗੇ ਨਹੀਂ ਕੀਤਾ, ਇਸੇ ਲਈ ਪਿੱਛੇ ਉਹਨਾਂ ਦੇ ਨਾਲ ਈਰਸ਼ਾ ਹੁੰਦੀ ਰਹੀ। ਪਰ ਕਿਉਂਕਿ ਉਸ ਪ੍ਰਮਾਤਮਾ ਅਕਾਲ ਪੁਰਖ ਨਾਲ ਜੁੜੇ ਹੁੰਦੇ ਨੇ, ਉਹਨਾਂ ਨੇ ਉਹਨਾਂ ਦਾ ਉਹ ਤਾਕਤ ਨੂੰ ਦੇਖਿਆ ਹੁੰਦਾ ਹੈ, ਉਹ ਫਿਰ ਮੰਗਤਿਆਂ ਕੋਲੋਂ ਨਹੀਂ ਮੰਗਦੇ। ਤੇ ਉਹਨੇ ਫਰਮਾਇਆ ਕਿ ਗੁਰ ਸਤਿਗੁਰੂ ਤਾਣ ਦਬਾਣ ਹਰ ਤਿੰਨ ਸਭ ਆਣ ਨਵਾਈ, ਕਿਉਂਕਿ ਉਹਨਾਂ ਦੇ ਮਗਰ ਮਾਣ ਤਾਣ ਹੈ, ਤੇ ਬਈ ਫਿਰ ਉਹ ਜਿਹੜੇ ਸਾਰੀ ਦੁਨੀਆ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਨਵਾ ਦਿੰਦਾ ਹੈ। ਸਾਰੀ ਦੁਨੀਆ ਉਹਨਾਂ ਦੇ ਚਰਨਾਂ ਦੇ ਵਿੱਚ ਜਿਹੜੀਆਂ ਨਮਸਕਾਰਾਂ ਕਰਦੀ ਏ, ਕੋਈ ਬਾਹਰਲੀ ਕੋਈ ਹੋਰ ਨਹੀਂ, ਕੋਈ ਬੜੇ ਬੜੇ ਵੱਡੇ ਰਾਜੇ ਮਹਾਰਾਜੇ, ਬੜੀਆਂ ਬੜੀਆਂ ਜਗੀਰਦਾਰ ਜਗੀਰਾਂ ਵਾਲੇ ਵੀ ਆ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਨੀਵਦੇ ਆ। ਕਾਹਦੇ ਕਰਕੇ? ਕਿਉਂਕਿ ਪਿੱਛੇ ਉਸ ਤਾਕਤ ਦਾ ਹੱਥ ਹੈ। ਹਾਂਜੀ ਅੱਗੇ। ਗੁਰ ਸਤ ਗੁਰ ਤਾਣ ਦਿਵਾਣ ਹਰ ਤਿਨ ਸਭ ਆਣ ਨਿਵਾਈ, ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ, ਤਿਨ ਕੇ ਸਭ ਪਾਪ ਗਵਾਈ। ਹੁਣ ਦੇਖੋ ਉਹ ਜਿਹੜਾ ਰਾਜ ਹੈ ਉਹ ਖੋਲ ਦਿੱਤਾ ਇੱਥੇ ਉਹਨਾਂ ਨੇ, ਜੋ ਵਚਨ ਪਹਿਲਾਂ ਫਰਮਾ ਰਹੇ ਆ ਉਹ ਤੇ ਇੱਕ ਸਤਿਗੁਰ ਵਾਸਤੇ, ਹੁਣ ਸਿੱਖ ਵਾਸਤੇ ਵੀ ਜਿਹੜਾ ਵਚਨ ਆਇਆ ਹੈ, ਦੇਖੋ ਕੋਈ ਓਲਾ ਨਹੀਂ ਰੱਖਿਆ ਕਿਸੇ ਤਰ੍ਹਾਂ ਦਾ, ਬੜਾ ਖੋਲ ਕੇ ਦੱਸ ਰਹੇ ਨੇ। ਕਹਿੰਦੇ ਜਿਨੀ ਡਿਠਾ ਮੇਰਾ ਸਤਿਗੁਰੂ, ਲੇਕਿਨ ਸਾਡੇ ਮਨ 'ਚ ਤਾਂ ਆਉਂਦਾ ਕਿ ਅਸੀਂ ਤੇ ਹਮੇਸ਼ਾ ਦੇਖਦੇ ਹਾਂ, ਉਹਨਾਂ ਦੇ ਦਰਸ਼ਨ ਕਰਦੇ ਹਾਂ, ਸਾਡੀਆਂ ਤੇ ਮੈਲਾਂ ਲੱਥਦੀਆਂ ਨਹੀਂ, ਸਾਡੇ ਤੇ ਦੁੱਖ ਖਤਮ ਨਹੀਂ ਹੁੰਦੇ, ਸਾਡਾ ਤੇ ਕੁਛ ਵੀ ਅੱਗੇ ਵੱਧਦਾ ਨਹੀਂ, ਕਿਸੇ ਤਰ੍ਹਾਂ ਦਾ ਪਿਆਰ ਵੱਧਦਾ ਨਹੀਂ। ਪਰ ਜੋ ਸਤਿਗੁਰੂ ਬਚਨ ਫਰਮਾਏ ਨੇ ਕਿ ਉਹ ਝੂਠਾ ਹੈ? ਨਹੀਂ, ਉਹ ਗਲਤ ਨਹੀਂ ਹੈ, ਉਹ ਝੂਠਾ ਨਹੀਂ ਹੈ, ਅਸੀਂ ਝੂਠੇ ਹਾਂ, ਅਸੀਂ ਉੱਥੋਂ ਤੱਕ ਅਜੇ ਪਹੁੰਚੇ ਨਹੀਂ ਹੈਗੇ, ਇਸ ਕਰਕੇ ਅਸੀਂ ਉਹ ਗੱਲ ਕਰ ਰਹੇ ਹਾਂ। ਸਾਡੇ ਮਨ 'ਚ ਸ਼ੰਕਾ ਕਿਉਂ ਹੁੰਦੀ ਹੈ? ਕਿਉਂਕਿ ਅਸੀਂ ਉਹ ਜੇ ਦੇਖਿਆ ਨਹੀਂ। ਜਿਸ ਤਰ੍ਹਾਂ ਮੈਂ ਉਹ ਦੱਸਿਆ ਸੀ ਕਿ ਇੱਕ ਖੂਹ ਵਾਲਾ ਡੱਡੂ ਜਿਹੜਾ ਸੀ, ਜਦੋਂ ਕੋਈ ਉਹ ਦਰਿਆ ਦੇ ਵਿੱਚੋਂ ਰੁੜ ਕੇ ਡੱਡੂ ਆਇਆ ਤੇ ਉਹਨੇ ਕਿਹਾ ਕਿ ਬਈ ਖੂਹ ਵਾਲੇ ਡੱਡੂ ਨੇ ਵੀ ਕਿੰਨਾ ਕੁ ਕਿੱਥੋਂ ਆਇਆ ਤੂੰ? ਕਹਿੰਦਾ ਮੈਂ ਸਮੁੰਦਰ 'ਚੋਂ ਜਾਂ ਦਰਿਆ 'ਚੋਂ। ਉਹ ਕਹਿੰਦਾ ਉਹ ਕਿੱਦਾਂ ਦਾ ਹੁੰਦਾ ਹੈ, ਕਿੱਡਾ ਕੁ ਵੱਡਾ ਹੁੰਦਾ ਹੈ? ਉਹਨੇ ਦੱਸਿਆ ਬੜਾ ਵੱਡਾ ਹੁੰਦਾ ਹੈ। ਜਿਹੜਾ ਖੂਹ ਵਾਲਾ ਡੱਡੂ ਸੀ ਇੱਕ ਛਾਲ ਮਾਰੀ, ਕਹਿੰਦਾ ਏਡਾ ਵੱਡਾ ਹੁੰਦਾ ਹੈ? ਕਹਿੰਦਾ ਨਹੀਂ ਨਹੀਂ ਬੜਾ ਵੱਡਾ। ਉਹਨੇ 2 ਛਾਲਾਂ ਹੋਰ ਮਾਰੀਆਂ, ਕਹਿੰਦਾ ਏਡਾ ਵੱਡਾ? ਕਹਿੰਦਾ ਨਹੀਂ ਇਹ ਤੋਂ ਵੀ ਬੜਾ ਵੱਡਾ। ਜਦੋਂ 2 4 5 ਕਰਕੇ ਸਾਰਾ ਖੂਹ ਵੜ ਲਿਆ, ਕਹਿੰਦਾ ਇੰਨਾ ਵੱਡਾ ਹੁੰਦਾ? ਕਹਿੰਦਾ ਨਹੀਂ ਨਹੀਂ ਇਹ ਤਾਂ ਕੁਛ ਵੀ ਨਹੀਂ ਹੈ, ਉਸ ਤੋਂ ਬਹੁਤ ਵੱਡਾ ਹੁੰਦਾ। ਹੁਣ ਲੇਕਿਨ ਉਹ ਰਿਹਾ ਹੀ ਖੂਹ ਦੇ ਵਿੱਚ ਸੀ, ਉਹਨੇ ਸ਼ੁਰੂ ਤੋਂ ਖੂਹ ਦੇਖਿਆ ਸੀ, ਉਹਨੇ ਬਾਹਰ ਦੇਖਿਆ ਨਹੀਂ ਸੀ। ਕਹਿਣ ਲੱਗਾ ਤੂੰ ਝੂਠ ਬੋਲਦਾ ਪਿਆ। ਕਹਿੰਦਾ ਇਸ ਤੋਂ ਵੱਡਾ ਤੇ ਹੁੰਦਾ ਹੀ ਕੁਛ ਨਹੀਂ ਹੈਗਾ, ਕਿਉਂਕਿ ਜਦੋਂ ਦਾ ਮੈਂ ਜਨਮ ਲਿਆ, ਜਦੋਂ ਦਾ ਮੈਂ ਅੱਖਾਂ ਖੋਲੀਆਂ, ਮੈਂ ਸਭ ਕੁਛ ਦੇਖਿਆ, ਇਸ ਤੋਂ ਵੱਡਾ ਕੁਛ ਨਹੀਂ ਹੁੰਦਾ, ਕਿਉਂਕਿ ਉਹਦੀ ਪਹੁੰਚ ਨਹੀਂ ਉੱਥੋਂ ਤੱਕ ਹੈਗੀ। ਇਸੇ ਤਰ੍ਹਾਂ ਇਹਨਾਂ ਕਿਹਾ ਕਿ ਜਿਨੀ ਡਿਠਾ ਮੇਰਾ ਸਤਿਗੁਰੂ। ਹੁਣ ਅੱਗੇ ਉਹਦਾ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦੇਖਿਆ, ਕਿ ਦਰਸ਼ਨ ਜਿਹੜੇ ਅਸੀਂ ਵੀ ਦਰਸ਼ਨ ਕਰਦੇ ਹਾਂ, ਅਸੀਂ ਕਹਿੰਦੇ ਅਸੀਂ ਦਰਸ਼ਨ ਕੀਤੇ, ਪਰ ਉਹਨਾਂ ਨੇ ਤਾਂ ਕਿਹਾ ਕਿ ਦਰਸ਼ਨ ਕਰਤ ਪਿੰਡ ਸਭ ਭੁੱਲੀ, ਕਿ ਸੁੱਧ ਬੁੱਧੀ ਭੁੱਲ ਗਈ ਆਪਣੇ ਤਨ ਦੀ। ਉਹ ਕਿਹੜੇ ਦਰਸ਼ਨ ਸੀ ਕਿ ਜਿਹਨੂੰ ਕੋਈ ਦੁੱਖ ਹੀ ਨਾ ਰਿਹਾ, ਕੋਈ ਮਨ 'ਚ ਕੋਈ ਕਿਸੇ 'ਚ ਕੋਈ ਚੀਜ਼ ਹੀ ਨਾ ਰਹੀ, ਦਰਸ਼ਨ ਕਰਕੇ ਹੀ ਸਾਰਾ ਦੁੱਖ ਖਤਮ ਹੋ ਗਿਆ। ਸੋਚੀਓ ਕਿਹੋ ਜਿਹਾ ਦਰਸ਼ਨ ਹੋਏਗਾ। ਪਰ ਉਹ ਦਰਸ਼ਨ ਤੇ ਬਈ ਕਿਸੇ ਟਾਈਮ ਦੇ ਉੱਤੇ, ਮੈਂ ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ, ਗੁਰੂ ਨਾਨਕ ਸਾਹਿਬ ਦੇ ਉੱਤੇ ਵੀ ਉਹ ਦਰਸ਼ਨ ਬੜਿਆਂ ਨੇ ਕੀਤੇ। ਸਾਰੀ ਦੁਨੀਆ ਜਿੱਥੋਂ ਦੀ ਲੰਘਦੇ ਸੀ, ਉਹਨਾਂ ਨੇ ਇੰਨੀ ਯਾਤਰਾ ਕੀਤੀ, ਬੜਿਆਂ ਨੇ ਦਰਸ਼ਨ ਕੀਤੇ, ਪਰ ਜਿਹੜੇ ਦਰਸ਼ਨ ਦੀ ਉਹ ਗੱਲ ਕਰ ਰਹੇ, ਉਹ ਦਰਸ਼ਨ ਸਭ ਨੇ ਨਹੀਂ ਕੀਤੇ। ਉਹ ਜਿਨ੍ਹਾਂ ਤੇ ਉਹਨਾਂ ਨੇ ਦਇਆ ਕਿਰਪਾ ਹੋਈ, ਜਿਹਦਾ ਕੋਈ ਭਾਗ ਸੀ, ਉਹਨੇ ਉਸ ਤਰ੍ਹਾਂ ਉਹਨਾਂ ਦੇ ਦਰਸ਼ਨ ਕੀਤੇ, ਤੇ ਉਹਨਾਂ ਦੀਆਂ ਜਿਹੜੀਆਂ 84 ਖਤਮ ਹੋ ਗਈ। ਹੁਣ ਫਰਮਾਇਆ ਜਿਨੀ ਡਿਠਾ ਮੇਰਾ ਸਤਿਗੁਰੂ ਭਾਉ ਕਰ, ਤਿੰਨ ਕੇ ਸਭ ਪਾਪ ਗਵਾਏ। ਪਾਪ ਤਾਂ ਸਾਡੇ ਬਹੁਤ ਨੇ, ਕਿਉਂਕਿ ਕਈ ਕਰਮ ਜਿਹੜੇ ਐਸੇ ਰਲੇ ਤੇ ਬਈ ਅਸੀਂ ਇਸ ਮਾਤ ਲੋਕ ਦੇ ਵਿੱਚ ਆਏ ਹਾਂ, ਚੰਗੇ ਵੀ ਨੇ ਮਾੜੇ ਵੀ ਨੇ, ਦੋਵਾਂ ਨੂੰ ਭੋਗਣ ਵਾਸਤੇ ਆਏ ਹਾਂ। ਪਰ ਇਹ ਕਦੀ ਮੁੱਕਦੇ ਨਹੀਂ, ਕਿਉਂਕਿ ਉਹਨਾਂ ਨੂੰ ਭੋਗਦੇ ਭੋਗਦੇ ਫਿਰ ਕਈ ਕਰਮ ਐਸੇ ਹੋ ਜਾਂਦੇ ਨੇ ਕਿ ਜਿਹੜੇ ਫਿਰ ਅੱਗੇ ਇਕੱਠੇ ਹੋਈ ਜਾਂਦੇ ਨੇ। ਇਹ ਮੁੱਕਦਾ ਨਹੀਂ ਕਦੀ ਵੀ। ਪਰ ਉਹਨਾਂ ਨੇ ਇਹ ਕਿੱਦਾਂ ਇੱਥੋਂ ਸੰਸਾਰ ਦੇ ਵਿੱਚੋਂ ਸਤਿਗੁਰ ਕਿੱਦਾਂ ਕੱਢਦੇ ਨੇ ਸਾਨੂੰ।
ਜਿੱਦਾਂ ਐਡਾ ਵੱਡਾ ਕੂੜੇ ਦਾ ਢੇਰ ਹੋਵੇ ਸੁੱਕਾ, ਤੇ ਇੱਕ ਮਾਚਿਸ ਦੀ ਤੀਲੀ ਜਿਹੜੀ ਉਹਨੂੰ ਜਲਾ ਕੇ ਰਾਖ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਸਾਡੇ ਜੋ ਵੀ ਪਾਪ ਨੇ ਉਹ ਸਤਿਗੁਰਾਂ ਦੀ ਦਇਆ ਨਾਲ ਹੀ ਨਾਸ਼ ਹੋ ਸਕਦੇ ਨੇ। ਉਸ ਤਰ੍ਹਾਂ ਹੋਰ ਕੋਈ ਵੀ ਯਤਨ ਸਾਡਾ ਜਿਹੜਾ ਨਹੀਂ ਕਰ ਸਕਦਾ, ਕਿਉਂਕਿ ਉਹ ਜਿਹੜੇ ਯਤਨ ਅਸੀਂ ਕਰਦੇ ਹਾਂ ਉਹਨਾਂ ਯਤਨਾਂ ਦੇ ਵਿੱਚ ਫਿਰ ਉਲਝ ਜਾਂਦੇ ਹਾਂ। ਕਾਲ ਨੇ ਐਸੀ ਜਿਹੜੀਆਂ ਨੇ ਕੋਈ ਦਾਅ ਰੱਖੇ ਨੇ ਕਿ ਜਿਹੜੇ ਅਸੀਂ ਕੰਮ ਕਰਦੇ ਹਾਂ ਸਾਡੇ ਕੋਲੋਂ, ਅਸੀਂ ਆਪਣੇ ਭਲੇ ਵਾਸਤੇ ਵੀ ਜਿਹੜੇ ਕੰਮ ਕਰਦੇ ਹਾਂ ਉਹਦੇ ਵਿੱਚ ਹੀ ਉਹਨੇ ਕਈ ਐਸੀਆਂ ਚੀਜ਼ਾਂ ਰੱਖੀਆਂ ਜਿਹਦੇ ਕੋਲ ਫਿਰ ਸਾਡੇ ਕੋਲ ਬੁਰੇ ਕਰਮ ਹੋ ਜਾਂਦੇ ਨੇ। ਉਹ ਫਿਰ ਅੱਗੇ ਤੋਂ ਅੱਗੇ ਚੱਲੀ ਜਾਂਦੇ, ਮੁੱਕਦੇ ਨਹੀਂ ਕਦੀ। ਪਰ ਉਹਨੇ ਕਿਹਾ ਕਿ ਜਿੰਨੀ ਡਿੱਠਾ ਮੇਰਾ ਸਤਿਗੁਰੂ ਭਾਵੋ ਕਰ, ਜਿਹਦੇ ਮਨ ਦੇ ਵਿੱਚ ਬਈ ਉਹ ਪਿਆਰ ਆ ਗਿਆ, ਭਾਵ ਆ ਗਿਆ, ਭਰੋਸਾ ਆ ਗਿਆ। ਜਦੋਂ ਉਹ ਪਿਆਰ ਭਾਵ ਆਇਆ, ਭਰੋਸਾ ਆਇਆ, ਤੇ ਫਿਰ ਉਹ ਜਿਹੜਾ ਦਰਸ਼ਨ, ਫਿਰ ਉਹ ਪਤਾ ਲੱਗਾ ਕਿ ਬਈ ਇਹ ਕਾਲ ਪੁਰਖ ਦਾ ਦਰਸ਼ਨ ਹੈ, ਇਹ ਵਾਹਿਗੁਰੂ ਦਾ ਦਰਸ਼ਨ ਹੈ, ਇਹ ਪਰਮਾਤਮਾ ਦਾ ਦਰਸ਼ਨ ਹੈ, ਇਹ ਅੱਲਾ ਦਾ ਦਰਸ਼ਨ ਹੈ। ਫਿਰ ਇਹਦੇ ਜਿਹੜੇ, ਕਿਉਂਕਿ ਭਾਵਨਾ ਐਸੀ ਬਣ ਗਈ, ਤੇ ਫਿਰ ਇਹਦੇ ਪਾਪ ਜਿਹੜੇ ਸੀ ਸਭ ਨਾਸ਼ ਹੋ ਗਏ। ਕਿਉਂਕਿ ਜਦੋਂ ਪਤਾ ਹੋਵੇ ਕਿ ਇੱਕ ਬਈ ਬਹੁਤ ਵੱਡਾ ਸੇਠ, ਕੋਈ ਕਰੋੜਾਪਤੀ ਸਾਡੇ ਸਾਹਮਣੇ ਖੜਾ ਹੈ, ਬੜਾ ਦਿਆਲ ਹੈ, ਤੇ ਗਰੀਬ ਦਾ ਤੇ ਧੋਤੇ ਧੋ ਜਾਂਦੇ ਨੇ ਉਸ ਵੇਲੇ। ਉਹਨੂੰ ਪਤਾ ਹੈ ਕਿ ਮੇਰਾ ਕਿੰਨਾ ਕੁ ਕਰਜ਼ਾ ਹੈ, ਮੇਰਾ ਕਰਜ਼ਾ ਕਿੰਨਾ ਕਿ ਜਿੰਨਾ ਮੇਰਾ ਕਰਜ਼ਾ ਉਹਦੇ ਨਾਲੋਂ ਪਤਾ ਨਹੀਂ ਕਿੰਨੇ ਗੁਣਾ ਵੱਧ ਇਹਦੀ ਜਾਇਦਾਦ ਹੈ, ਤੇ ਬਈ ਇਹਦੇ ਤੇ ਮਾੜੀ ਜੀ ਇਸ਼ਾਰਾ ਕੀਤੇ ਮੇਰੀ ਜਿਹੜੀ ਹੈ ਗਰੀਬੀ ਸਾਰੀ ਨਾਸ਼ ਹੋ ਜਾਣੀ, ਗਰੀਬੀ ਜਿਹੜੀ ਮੇਰੀ ਚਲੀ ਜਾਣੀ ਹੈ। ਉਹ ਫਿਰ ਉਹਦੇ ਅੱਗੇ ਫਿਰ ਝੋਲੀ ਫੈਲਾਉਂਦਾ ਹੈ ਉਸ ਭਰੋਸੇ ਦੇ ਨਾਲ। ਲੇਕਿਨ ਜਦੋਂ ਤੱਕ ਸਾਨੂੰ ਉਸ ਚੀਜ਼ ਦਾ ਭਰੋਸਾ ਨਹੀਂ ਹੁੰਦਾ, ਜਦੋਂ ਤੱਕ ਸਾਡੀ ਉਹ ਦਸ਼ਾ ਨਹੀਂ ਹੁੰਦੀ, ਸਾਡੇ ਕੋਲ ਅੱਖ ਨਹੀਂ ਹੁੰਦੀ, ਸਾਡੇ ਕੋਲ ਬੇਨਤੀ ਨਹੀਂ, ਉੱਪਰੋਂ ਬੇਨਤੀ ਜ਼ਰੂਰ ਕਰਦੇ ਆ, ਮਹਾਰਾਜ ਜੀ ਦਇਆ ਕਰ ਦਿਓ, ਕਿਰਪਾ ਕਰ ਦਿਓ, ਆਹ ਚੀਜ਼ ਕਰ ਦਿਓ, ਉਹ ਚੀਜ਼ ਕਿੱਦਾਂ ਹੋਣੀ ਨਹੀਂ ਕਿਸੇ। ਉਹ ਤਾਂ ਸਾਰੀ ਦੁਨੀਆ ਕਰ ਰਹੀ ਹੈ। ਜਿੱਥੇ ਜਿੱਥੇ ਕੋਈ ਮੰਦਿਰ ਜਾ ਰਿਹਾ, ਕੋਈ ਮਸਜਿਦ ਜਾ ਰਿਹਾ, ਕੋਈ ਚਰਚ ਜਾ ਰਿਹਾ, ਕੋਈ ਗੁਰਦੁਆਰੇ ਜਾ ਰਿਹਾ, ਹਰ ਥਾਂ ਤੇ ਕੋਈ ਸਿਰ ਨਵਾ ਰਿਹਾ। ਤੇ ਉਹ ਪ੍ਰਮਾਤਮਾ ਤੇ ਬਈ ਹਰ ਥਾਂ ਤੇ ਹੈ, ਕੋਈ ਐਸਾ ਨਹੀਂ ਹੈ ਕਿ ਕੋਈ ਇੱਕ ਜਗ੍ਹਾ ਤੇ ਕਿਤੇ ਕੈਦ ਕੀਤਾ ਹੈ ਉਹਨੂੰ, ਉਹ ਹਰ ਜਗ੍ਹਾ ਤੇ ਹੀ ਹੈ। ਲੇਕਿਨ ਜਦੋਂ ਤੱਕ ਉਹ ਭਾਵ ਪਿਆਰ ਨਹੀਂ ਬਣੇਗਾ ਅੰਦਰ, ਉਹ ਗੱਲ ਨਹੀਂ ਬਣੇਗੀ। ਹੁਣ ਕਿਹਾ ਕਿ ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਚੈਨ ਨਹੀਂ ਹੁੰਦਾ ਆ ਸਕਦਾ, ਕਿਉਂਕਿ ਜਦੋਂ ਤੱਕ ਗੁਰ ਭਗਤੀ ਨਹੀਂ ਪੂਰੀ ਹੋਏਗੀ, ਜਦੋਂ ਤੱਕ ਇਹਦੇ ਅੰਦਰ ਪਿਆਰ ਨਹੀਂ ਹੋਏਗਾ, ਇਹਦੀ ਭਗਤੀ ਕਿਹੜੀ, ਫਿਰ ਇਹਦੀ ਭਗਤੀ ਦਾ ਇਹ ਭਗਤੀ ਨਾ ਹੋਇਆ ਪਖੰਡ ਹੋ ਜਾਂਦਾ ਹੈ। ਇਸ ਕਰਕੇ ਹੈ ਕਿ ਜਿੰਨੀ ਡਿੱਠਾ ਮੇਰਾ ਸਤਿਗੁਰੂ ਭਾਉ ਕਰ, ਤਿੰਨ ਕੇ ਸਭ ਪਾਪ ਗਵਾਈ। ਕਿ ਜਿਹੜੇ ਬਈ ਉਸ ਰਸਤੇ ਤੇ ਆ ਜਾਂਦੇ ਨੇ, ਜਿਨ੍ਹਾਂ ਨੇ ਉਹਦੇ ਅੰਦਰ ਪਿਆਰ ਆ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਭਰੋਸਾ ਆ ਜਾਂਦਾ ਹੈ, ਉਹਨਾਂ ਦੇ ਜਿਹੜੇ ਕੋਈ ਪਾਪ ਨਹੀਂ ਪਿੱਛੇ ਰਹਿ ਜਾਂਦੇ, ਉਹ ਸਭ ਪਾਪ ਉਹਨਾਂ ਦੇ ਸਤਿਗੁਰੂ ਜਿਹੜੇ ਨੇ ਉਹ ਖਤਮ ਕਰ ਦਿੰਦੇ ਨੇ। ਹਾਂਜੀ। ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ, ਤਿਨ ਕੇ ਸਭ ਪਾਪ ਗਵਾਈ। ਹਰ ਦਰਗੇ ਤੇ ਮੁਖ ਉਜਲੇ, ਬਹੁ ਸ਼ੋਭਾ ਪਾਈ। ਜਦੋਂ ਮੈਲ ਲੱਥ ਗਈ, ਉਹ ਜਿਹੜਾ ਕੱਪੜਾ ਸੀ ਉਜਲਾ ਹੋ ਗਿਆ, ਹੁਣ ਤੇ ਉਹਦੇ ਚ ਐ ਚਟਿਆਈ ਆ ਗਈ ਹੈ, ਤੇ ਉਹ ਫਿਰ ਵੀ ਪਸੰਦ ਆਉਂਦਾ, ਹਰ ਜਗ੍ਹਾ ਉਹਨੂੰ ਥਾਂ ਮਿਲਦੀ ਹੈ। ਗੰਦਾ ਕੱਪੜਾ ਤੇ ਅਸੀਂ ਕਦੀ ਰੁਮਾਲ ਹੀ ਗੰਦਾ ਹੋ ਜਾਂਦਾ, ਅਸੀਂ ਕਦੀ ਜੇਬ ਚ ਨਹੀਂ ਰੱਖਦੇ, ਆਪਣਾ ਹੀ ਰੁਮਾਲ ਹੁੰਦਾ ਤੇ ਅਸੀਂ ਉੱਥੇ ਧੂਣ ਵਾਲੇ ਸੁੱਟ ਦਿੰਦੇ ਹਾਂ ਕਿ ਬਈ ਹੁਣ ਗੰਦਾ ਹੋ ਗਿਆ। ਪਰ ਉਹੀ ਜਦੋਂ ਸਾਫ਼ ਹੋ ਕੇ ਪ੍ਰੈਸ ਵੱਜ ਕੇ ਆਉਂਦਾ ਹੈ, ਤੇ ਫਿਰ ਅਸੀਂ ਉਹਨੂੰ ਫੜ ਕੇ ਆਪਣੇ ਪੋਕਟ ਦੇ ਵਿੱਚ ਰੱਖ ਲੈਂਦੇ ਹਾਂ, ਔਰ ਉਹਨੂੰ ਮੱਥੇ ਨਾਲ, ਮੂੰਹ ਦੇ ਨਾਲ, ਜੋ ਮਰਜ਼ੀ ਜਿੱਥੇ ਮਰਜ਼ੀ ਲਾਉਂਦੇ ਹਾਂ, ਕਿਉਂਕਿ ਸਾਫ਼ ਹੋ ਗਿਆ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਪਿੱਛੇ ਵਚਨ ਆਇਆ ਸੀ ਕਿ ਤਿੰਨ ਕੇ ਸਭ ਪਾਪ ਗਵਾਈ, ਜਦੋਂ ਉਹ ਸਾਰੇ ਪਾਪ ਹੀ ਇਹਦੇ ਲੱਥ ਗਏ, ਇਹ ਕੱਪੜਾ ਸਾਫ਼ ਹੋ ਗਿਆ, ਤੇ ਫਿਰ ਕਹਿੰਦੇ ਨੇ ਹਰ ਦਰਗਾਹ ਤੇ ਮੁਖ ਉਜਲੇ। ਫਿਰ ਉਸ ਘਰ ਦੇ ਵਿੱਚ ਇਹਦਾ ਮੁਖ ਉਜਲਾ ਹੁੰਦਾ ਹੈ। ਫਿਰ ਉੱਥੇ ਵੀ ਉਹਨੂੰ ਕਹਿੰਦੇ ਬਹੁਤ ਸ਼ੋਭਾ ਪਾਈ, ਬਹੁਤ ਸ਼ੋਭਾ, ਥੋੜੀ ਨਹੀਂ। ਕਿਉਂਕਿ ਜਿਸ ਤਰ੍ਹਾਂ ਦੀ ਚੀਜ਼ ਉਹਨੇ ਭੇਜੀ ਸੀ, ਕਿਉਂਕਿ ਆਤਮਾ ਪਰਮਾਤਮਾ ਤੋਂ ਵਿਛੜ ਕੇ ਇੱਥੇ ਆਈ, ਜਦੋਂ ਵਿਛੜ ਕੇ ਉਹਦੇ ਵਿੱਚੋਂ ਆਈ ਆ, ਤੇ ਬਈ ਇਹਦੀ ਇਹ ਰੂਪ ਨਹੀਂ ਸੀ ਜੋ ਰੂਪ ਬਣ ਗਿਆ ਇੱਥੇ ਆ ਕੇ। ਇਹ ਤੇ ਬਹੁਤ ਸਾਫ਼ ਸੀ, ਇਹ ਬਹੁਤ ਪਵਿੱਤਰ ਸੀ, ਬਹੁਤ ਹਲਕੀ ਸੀ, ਇਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ। ਇਹ ਜਦੋਂ ਮਰਜ਼ੀ ਆਪਣੇ ਉਸ ਚੀਜ਼ ਨਾਲ ਜਾ ਕੇ ਮਿਲ ਸਕਦੀ ਸੀ। ਪਰ ਕਾਲ ਨੇ ਐਸਾ ਜਾਲ ਰਚ ਦਿੱਤਾ, ਕਈ ਇਹਦੇ ਨਾਲ ਜਿਹੜੇ ਐਸੀਆਂ ਚੀਜ਼ਾਂ ਲਗਾ ਦਿੱਤੀਆਂ ਕਿ ਇਹਦੀਆਂ ਮੈਲਾਂ ਵੱਧਦੀਆਂ ਗਈਆਂ, ਆਪਣਾ ਹੀ ਭਾਰ ਜਿਹੜਾ ਸੀ ਉਹਦੇ ਨਾਲ ਹੀ ਉਲਝ ਕੇ ਰਹਿ ਗਿਆ। ਜਿਸ ਤਰ੍ਹਾਂ ਦੱਸਿਆ ਕਿ ਗੈਸੀ ਗੁਬਾਰਾ ਹੁੰਦਾ ਹੈ, ਗੁਬਾਰਾ ਜਿਹੜਾ ਆ ਉਹਦੇ ਵਿੱਚ ਗੈਸ ਇਸ ਤਰ੍ਹਾਂ ਦੀ ਹੈ ਕਿ ਉਹਨੂੰ ਕੋਈ ਫੂਕ ਮਾਰ ਕੇ ਡਾਉਣ ਦੀ ਲੋੜ ਨਹੀਂ ਹੈਗੀ, ਉਹ ਤਾਂ ਆਪਣੇ ਆਪ ਉੱਡਦਾ ਜਾਂਦਾ ਉੱਪਰ ਨੂੰ।
ਪਰ ਲੇਕਿਨ ਜੇ ਉਹਦੇ ਨਾਲ ਥੋੜਾ ਜਿਹਾ ਭਾਰ ਬੰਨ੍ਹ ਦਈਏ, ਕਿਸੇ ਚੀਜ਼ ਨਾਲ ਧਾਗਾ ਉਹਦਾ ਬੰਨ੍ਹ ਦਈਏ, ਤੇ ਬਈ ਉਹ ਫਿਰ ਉੱਡ ਨਹੀਂ ਸਕਦਾ। ਤੇ ਜਿਹਦੇ ਨਾਲ ਬਹੁਤ ਜ਼ਿਆਦਾ ਭਾਰ ਵੱਜਿਆ ਉਹ ਕਿੱਥੋਂ ਉੱਡੇਗਾ? ਹੁਣ ਉਹਨੂੰ ਉਹਦੇ ਅੰਦਰ ਤਾਕਤ ਹੈਗੀ ਉੱਡਣ ਦੀ, ਬਸ ਲੋੜ ਕੀ ਹੈ? ਸਿਰਫ ਉਸ ਭਾਰ ਦੀ ਉਤਾਰਨ ਦੀ। ਜਿਹੜਾ ਧਾਗਾ ਜਿਹੜਾ ਆ ਜਿਹਦੇ ਨਾਲ ਭਾਰ ਵੱਜਾ ਉਹ ਲੱਥ ਜਾਵੇ, ਤੇ ਉਹਨੂੰ ਕੀ ਲੋੜ ਹੈ? ਫਿਰ ਆਪਣੇ ਆਪ ਉੱਡੇਗਾ, ਉਹਨੂੰ ਫੂਕ ਮਾਰ ਕੇ ਥੋੜ੍ਹਾ ਉਡਾਉਣਾ। ਇਸੇ ਤਰ੍ਹਾਂ ਹੀ ਉਹ ਆਤਮਾ ਜਿਹੜੀ ਹੈ ਇੰਨੀ ਪਵਿੱਤਰ ਹੈ ਇਸ ਤਰ੍ਹਾਂ ਦੀ ਕਿ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ। ਪਰ ਜਦੋਂ ਇਹ ਮੈਲਾਂ ਚੜ੍ਹ ਗਈਆਂ ਔਰ ਸਤਿਗੁਰਾਂ ਦੀ ਦਇਆ ਕਿਰਪਾ ਦੇ ਨਾਲ ਉਹਨਾਂ ਦੀ ਸਿੱਖਿਆ ਤੇ ਚੱਲ ਕੇ, ਉਹਨਾਂ ਦੇ ਉਸ ਰਸਤੇ ਤੇ ਚੱਲ ਕੇ ਆਪਣੇ ਜਿਹੜੇ ਐਬ ਖਤਮ ਹੋ ਗਏ, ਭਰੋਸਾ ਆ ਗਿਆ, ਉਹ ਚੀਜ਼ ਬਣ ਗਈ। ਤੇ ਫਿਰ ਉਹਨਾਂ ਨੇ ਫਰਮਾਇਆ ਕਿ ਹਰ ਦਰਗਾਹ ਤੇ ਮੁਖ ਉਜਲੇ ਬਹੁਤ ਸ਼ੋਭਾ ਪਾਈ। ਉੱਥੇ ਆਪਣੇ ਘਰ ਪਹੁੰਚ ਕੇ ਬਈ ਉਹਨੂੰ ਉਹ ਵਡਿਆਈ ਮਿਲੀ, ਉਹਨੂੰ ਉਹ ਮਾਣ ਮਿਲ ਗਿਆ। ਹਾਂਜੀ। ਹਰ ਦਰਗਹਿ ਤੇ ਮੁਖ ਉਜਲੇ, ਬਹੁ ਸ਼ੋਭਾ ਪਾਈ। ਜਨ ਨਾਨਕ ਮੰਗੈ ਧੂੜ ਤਿਨ, ਜੋ ਗੁਰ ਕੇ ਸਿੱਖ ਮੇਰੇ ਭਾਈ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਹੁਣ ਦੇਖੋ ਕਿੰਨੀ ਵਡਿਆਈ, ਕਿੰਨੀ ਸ਼ੋਭਾ ਉਹਦੀ ਕਰ ਰਹੇ ਨੇ। ਰੋਂਦੇ ਨੇ, ਜਨ ਨਾਨਕ ਮੰਗੇ ਧੂੜ। ਸਤਿਗੁਰ ਵਚਨ ਫਰਮਾ ਰਹੇ ਨੇ ਕਿ ਬਈ ਮੈਂ ਵੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਕਿੰਨਾ ਦੀ? ਅੱਗੇ ਤੋਂ ਕਿਹਾ ਗਿਆ ਕਿ ਜੋ ਗੁਰ ਕੇ ਸਿੱਖ ਮੇਰੇ ਭਾਈ। ਕਿੰਨਾ ਵੱਡਾ ਮਾਣ ਦਿੱਤਾ ਹੈ, ਜੋ ਗੁਰ ਕੇ ਸਿੱਖ, ਕਿਉਂਕਿ ਉਹ ਉਹਨਾਂ ਤੋਂ ਵੱਖਰੇ ਨਹੀਂ ਫਿਰ ਕੋਈ। ਜਿਹੜੇ ਗੁਰੂ ਦੇ ਸਿੱਖ ਨੇ ਉਹ ਕਹਿੰਦੇ ਮੇਰੇ ਭਾਈ, ਮੇਰੇ ਭਰਾ। ਜਿਹੜੇ ਜਿਸ ਤਰ੍ਹਾਂ ਸਤਿਗੁਰਾਂ ਨੇ ਬਾਣੀ ਵਿੱਚ ਸਾਰ ਵਿੱਚ ਵੀ ਲਿਖਿਆ ਹੈ ਕਿ ਗੁਰ ਭਾਈ ਕੋ ਗੁਰ ਸਮਝਣ। ਲੇਕਿਨ ਇਹ ਕਦੋਂ ਇਹ ਐਸੀ ਦਸ਼ਾ ਬਣੇਗੀ ਜਿੱਦਾਂ ਪਿੱਛੇ ਸਾਰੇ ਬਚਨ ਆਏ ਨੇ? ਜੇ ਉਸ ਤਰੀਕੇ ਦੇ ਨਾਲ ਇਹ ਮੈਲਾਂ ਲੱਥ ਗਈਆਂ ਤੇ ਫਿਰ ਉਹ ਅੰਦਰ ਚਾਨਣ ਆ ਗਿਆ, ਲਾਈਟ ਆ ਗਈ, ਪਤਾ ਚੱਲ ਗਿਆ ਇਹਨੂੰ। ਉਹ ਜਿਹੜੀ ਲੈਂਪ ਦਾ ਆਪਣੀ ਹੀ ਮੈਲ ਦੇ ਨਾਲ ਸ਼ੀਸ਼ਾ ਅੰਦਰੋਂ ਚਿਮਨੀ ਕਾਲੀ ਹੋਈ ਸੀ ਉਹ ਸਾਫ਼ ਹੋ ਗਈ। ਹੁਣ ਉਹ ਚਾਨਣ ਬਾਹਰ ਆਉਣ ਲੱਗ ਪਿਆ, ਪਤਾ ਲੱਗ ਗਿਆ, ਦੂਰ ਦੂਰ ਤੱਕ ਜਾਣ ਲੱਗ ਪਿਆ, ਇਕੱਲਾ ਆਪਣੇ ਤੱਕ ਸੀਮਿਤ ਨਹੀਂ ਰਿਹਾ। ਐਸੇ ਸਿੱਖ ਦੀ ਜਿਹੜੇ ਗੁਰੂ ਦੇ ਬਚਨਾਂ ਦੇ ਉੱਤੇ ਚੱਲ ਰਿਹਾ ਹੈ, ਜਿਹਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਤੋਂ ਵਾਰ ਦਿੱਤਾ ਹੈ, ਜੋ ਗੁਰੂ ਨਾਲ ਇੱਕਮਿਕ ਹੋ ਗਿਆ ਹੈ, ਗੁਰੂ ਦੇ ਵਿੱਚ ਸਮਾ ਗਿਆ ਹੈ, ਉਹ ਵੀ ਫਿਰ ਸਿੱਖ ਰਹਿ ਕਿੱਥੇ ਗਿਆ? ਉਹ ਤੇ ਫਿਰ ਉਹਨਾਂ ਵਰਗਾ ਹੀ ਬਣ ਗਿਆ। ਪਰ ਫਿਰ ਵੀ ਕਿੰਨੀ ਵਡਿਆਈ ਦੇ ਰਹੇ ਨੇ। ਕਹਿੰਦੇ ਜਨ ਨਾਨਕ ਮੰਗੇ ਧੂੜ ਤਿੰਨ, ਜੋ ਗੁਰ ਕੇ ਸਿੱਖ ਮੇਰੇ ਭਾਈ। ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਹੜੇ ਸਿੱਖ ਗੁਰੂ ਦੇ ਬਚਨਾਂ ਤੇ ਚੱਲ ਕੇ ਆਪਣਾ ਆਪ ਜਿਨ੍ਹਾਂ ਨੇ ਬਈ ਸਾਫ਼ ਕਰ ਲਿਆ, ਜਿਨ੍ਹਾਂ ਨੇ ਆਪਣਾ ਆਪ ਜਿਹੜਾ ਸਤਿਗੁਰਾਂ ਨੂੰ ਭੇਟ ਕਰ ਦਿੱਤਾ ਹੈ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਸਤਿਗੁਰ ਦਇਆ ਕਿਰਪਾ ਕਰਨ, ਕਿਉਂਕਿ ਜੀਵਨ ਜਿਹੜਾ ਆ ਇਹ ਤੇ ਨਿਕਲਦਾ ਜਾਂਦਾ, ਬਰਬਾਦ ਹੋ ਜਾਂਦਾ। ਕੋਈ ਨਾ ਕੋਈ ਇੱਕ ਮੁੱਠ ਚੁੱਕ ਲਾ ਦੂਜੀ ਤਿਆਰ, ਕੁਛ ਨਾ ਕੁਛ। ਮੈਂ ਪਿਛਲੇ ਸਤਸੰਗ 'ਚ ਵੀ ਇਹੋ ਬੇਨਤੀ ਕੀਤੀ ਸੀ ਕਿ ਇੱਥੇ ਕਦੀ ਕੋਈ ਪੂਰਨ ਨਹੀਂ ਹੋਇਆ। ਜਿੰਨੇ ਮਰਜ਼ੀ ਲਿਸਟਾਂ ਹੀ ਲੈ ਕੇ ਆਉਂਦੇ ਆ, ਗੁਰਮਤਿ ਨੂੰ ਅੱਗੇ ਰੱਖਦੇ ਆ ਕਿ ਸਭ ਆਹ ਦਿਆ ਕਰੋ, ਆਹ ਦਿਆ ਕਰੋ। ਉਹ ਇੱਕ ਚੀਜ਼ ਪੂਰੀ ਹੁੰਦੀ ਹੈ, ਉਹਨੇ ਚਿਰ ਨੂੰ ਦੂਜੀ ਉੱਠ ਖਲੋਂਦੀ ਹੈ, ਦੂਜੀ ਪੂਰੀ ਹੁੰਦੀ ਹੈ, ਤੀਸਰੀ ਉੱਠ ਖਲੋਂਦੀ ਹੈ, ਤੇ ਕੰਮ ਚੱਲਦਾ ਰਹਿਣਾ। ਜੇ ਅਸੀਂ ਤੁਰਨਾ ਚਾਹੁੰਦੇ, ਜੇ ਅਸੀਂ ਪਰਮਾਰਥ ਦੇ ਵਿੱਚ ਚੱਲਣਾ ਚਾਹੁੰਦੇ ਹਾਂ, ਪਰਮਾਰਥ ਨੂੰ ਪਾਉਣਾ ਚਾਹੁੰਦੇ ਹਾਂ, ਤੇ ਉਹ ਜਿਸ ਤਰ੍ਹਾਂ ਇੱਕ ਸਾਧੂ ਵਾਲੀ ਸੁਣਾਈ ਸੀ ਕਿ ਜਿਹੜਾ ਉਹ ਨਦੀ ਦੇ ਕਿਨਾਰੇ ਤੇ ਬੈਠਾ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਨਦੀ ਦੇ ਕਿਨਾਰੇ ਤੇ ਬੈਠਾ ਰਿਹਾ। ਇਸ ਤਰ੍ਹਾਂ ਉਹ ਨਦੀ ਵਹਿ ਰਹੀ ਸੀ, ਤੇ ਕਦੀ ਪੈਰ ਪਾ ਲਏ ਫਿਰ ਬਾਹਰ ਕੱਢ ਲਏ, ਕਦੀ ਪੈਰ ਪਾ ਲਏ ਫਿਰ ਕੱਢ ਲਏ। ਕੋਈ ਆਣ ਕੇ ਕਹਿਣ ਲੱਗਾ ਕਿ ਮਹਾਰਾਜ ਕੀ ਗੱਲ ਹੈ, ਸਵੇਰ ਦੇ ਬੈਠੇ ਹੋ ਇੱਥੇ, ਕੀ ਪੈਰ ਪਾ ਲੈਂਦੇ ਹੋ, ਕੱਢ ਲੈਂਦੇ ਹੋ, ਕੀ ਗੱਲ ਹੈ? ਕਹਿੰਦਾ ਕੁਛ ਨਹੀਂ, ਮੈਂ ਉੱਧਰ ਜਾਣਾ ਸੀ, ਦੂਸਰੇ ਸਿਰੇ ਤੇ ਜਾਣਾ, ਨਦੀ ਪਾਰ ਕਰਕੇ ਜਾਣਾ ਸੀ। ਤੇ ਕਹਿੰਦੇ ਫੇਰ? ਕਹਿੰਦਾ ਮੈਂ ਵੇਖਦਾ ਪਿਆ ਕਿ ਪਾਣੀ ਸਾਰਾ ਨਿਕਲ ਜੇ, ਰਸਤਾ ਖਾਲੀ ਹੋ ਜਾਏ, ਤੇ ਮੈਂ ਫਿਰ ਪਾਰ ਚਲੇ ਜਾਵਾਂ। ਉਹ ਹੱਸਣ ਲੱਗ ਪਿਆ, ਕਹਿੰਦਾ ਮਹਾਰਾਜ ਕਿੱਦਾਂ ਮੂਰਖਾਂ ਵਾਲੀ ਗੱਲ ਕਰ ਰਹੇ ਹੋ? ਇਹ ਪਾਣੀ ਵੀ ਕਦੀ ਮੁੱਕਣਾ ਹੈ? ਇਹ ਤੇ ਚੱਲੀ ਜਾਣਾ ਹੈ। ਹਾਂ, ਜੇ ਤੁਸੀਂ ਪਾਰ ਜਾਣਾ ਹੈ ਤੇ ਫਿਰ ਬਈ ਜਾਂ ਬੇੜੀ ਦਾ ਸਹਾਰਾ ਲਓ, ਜਾਂ ਉਹ ਪਰਲੇ ਪਾਸੇ ਪੁਲ ਹੈਗਾ ਉਹਦੇ ਉੱਤੇ ਚੜ੍ਹ ਕੇ ਦੂਸਰੇ ਪਾਸੇ ਪਹੁੰਚ ਜਾਓ। ਉਹ ਹੱਸ ਕੇ ਅੱਗੋਂ ਹੱਸ ਪਏ, ਕਹਿੰਦੇ ਇਹੋ ਹੀ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਤੁਹਾਨੂੰ ਸਮਝਾਉਣਾ ਹੀ ਚਾਹੁੰਦਾ ਇਹੋ ਚੀਜ਼ ਹੀ ਕਿ ਬਈ ਇਹ ਜਿਹੜੀ ਦੁਨੀਆ ਦੀ ਜਿਹੜੀ ਖਿੱਚ ਖਿੱਚ ਇਹ ਕਦੀ ਖਤਮ ਨਹੀਂ ਹੋਣੀ। ਇਹ ਪਾਣੀ ਜਿਹੜਾ ਕਦੀ ਖਤਮ ਨਹੀਂ ਹੋਣਾ, ਇਹ ਚੱਲੀ ਜਾਣਾ, ਇਹ ਚੱਲੀ ਜਾਣਾ ਦੁਨੀਆ ਜਦੋਂ ਤੱਕ ਸਵਾਸ ਨੇ।
ਉਦੋਂ ਤੱਕ ਇਹ ਚੱਲੀ ਜਾਣਾ ਕੁਛ ਨਾ ਕੁਛ। ਇਹਦੇ ਚਲਦਿਆਂ ਚਲਦਿਆਂ ਹੀ ਸਾਨੂੰ ਸਾਰੇ ਕੰਮ ਕਰਨੇ ਪੈਣੇ ਨੇ। ਚਾਹੇ ਅਸੀਂ ਠੀਕ ਹੁੰਦੇ ਹਾਂ, ਚਾਹੇ ਅਸੀਂ ਤੰਗ ਹੁੰਦੇ ਹਾਂ, ਚਾਹੇ ਬਿਮਾਰ ਹੁੰਦੇ ਹਾਂ, ਚਾਹੇ ਕੋਈ ਕਿਸੇ ਤਰ੍ਹਾਂ ਦਾ ਬਾਹਰ ਅੰਦਰ ਕਿਤੇ ਘਰ ਛੱਡ ਕੇ ਬਾਹਰ ਜਾਂਦੇ ਹਾਂ, ਕੁਝ ਚੀਜ਼ਾਂ ਅਸੀਂ ਕਰਦੇ ਹਾਂ ਨਿੱਤ ਨੇ। ਰੋਟੀ ਪਾਣੀ ਰੋਜ਼ ਖਾਂਦੇ ਹਾਂ, ਰੋਜ਼ ਅਸੀਂ ਨਹਾਉਂਦੇ ਹਾਂ, ਰੋਜ਼ ਅਸੀਂ ਕੱਪੜੇ ਚੇਂਜ ਕਰਦੇ ਹਾਂ। ਜਿਸ ਤਰ੍ਹਾਂ ਇੱਕ ਉਹ ਕਦੀ ਇਹ ਨਹੀਂ ਕਿਹਾ ਕਿ ਨਹੀਂ ਆ ਹੁਣ 4 ਦਿਨ ਪ੍ਰਾਹੁਣੇ ਆਏ ਆ, ਰੋਟੀ ਕੀ ਪਕਾਉਣੀ ਹੈ, ਘਰ 'ਚ ਛੱਡੋ ਪਰਾਂ। ਉਹ ਤੇ ਕੰਮ ਪਤਾ ਹੈ ਕਿ ਨਹੀਂ ਵੀ ਕਰਨਾ ਪੈਣਾ ਹੈ। ਇਸੇ ਤਰ੍ਹਾਂ ਹੀ ਜਿਹੜੀ ਸਤਿਗੁਰਾਂ ਦੀ ਵਾਲੀ ਸੇਵਾ ਹੈ, ਜਿਹੜਾ ਉਹਨਾਂ ਦਾ ਬਚਨ ਹੈ, ਉਹਨੂੰ ਵੀ ਬਈ ਹਰ ਵੇਲੇ ਉਹਨੂੰ ਕਮਾਉਣਾ ਹੈ। ਜੇ ਅਸੀਂ ਇਹ ਦੇਖਾਂਗੇ ਤੇ ਫਿਰ ਪਿੱਛੇ ਕਈ ਸਤਸੰਗ ਦੇ ਜੇ ਵਚਨ ਆਏ ਨਾ ਕਿ ਕਦੀ ਦੁੱਖ ਤੇ ਕਦੀ ਸੁੱਖ, ਕਦੀ ਦੁੱਖਾਂ ਦੇ ਵਿੱਚ ਹਾਏ ਹਾਏ ਕਰਦੇ ਉਹ ਟਾਈਮ ਲੰਘਾ ਦਿੱਤਾ, ਕਦੀ ਸੁੱਖਾਂ ਦੇ ਵਿੱਚ ਵਾਹ ਵਾਹ ਕਰਦੇ ਤੇ ਹੱਸਦਿਆਂ ਖੇਡਦਿਆਂ ਨੱਚਦਿਆਂ ਭੁੜਕਦਿਆਂ ਟਾਈਮ ਲੰਘ ਗਿਆ। ਉਹ ਟਾਈਮ ਕਾਲ ਜਿਹੜਾ ਹੈ ਲੰਘਾ ਦਿੰਦਾ ਹੈ। ਇਸ ਲਈ ਸਮਝਣਾ ਪਏਗਾ ਉਸ ਚੀਜ਼ ਨੂੰ। ਹਰ ਟਾਈਮ ਦੇ ਉੱਤੇ ਜੋ ਮਰਜ਼ੀ ਹੋਵੇ, ਇਹ ਕੁਛ ਨਾ ਕੁਛ ਤਾਂ ਚੱਲਣਾ ਹੀ ਹੈ। ਜਾਂ ਕਿ ਦਿਨ ਤੇ ਜਾਂ ਰਾਤ, ਕੁਛ ਨਾ ਕੁਛ ਤਾਂ ਰਹਿਣਾ ਹੀ ਹੈ। ਚਾਹੇ ਦਿਨ ਰਵੇ ਚਾਹੇ ਰਾਤ ਰਵੇ, ਸਾਹ ਲੈਣਾ ਹੀ ਪੈਣਾ ਹੈ। ਸਾਹ ਜਦੋਂ ਬੰਦ ਹੋਏਗਾ ਉਦੋਂ ਖਤਮ ਕੰਮ। ਇਸੇ ਤਰ੍ਹਾਂ ਹੀ ਉਹ ਜਿਹੜਾ ਸਤਿਗੁਰਾਂ ਦਾ ਵਿਜਨ ਹੈ, ਸਵਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ। ਕਹਿੰਦੇ ਸਵਾਸਾਂ ਦੀ ਮਾਲਾ ਇਹ ਜਿੱਦਾਂ ਸਵਾਸ ਆਉਂਦੇ ਨੇ, ਜਿੱਦਾਂ ਜਾਂਦੇ ਨੇ, ਇਸੇ ਤਰ੍ਹਾਂ ਹੀ ਸਤਿਗੁਰਾਂ ਦਾ ਨਾਮ ਜਿਹੜਾ ਹੈ ਹਮੇਸ਼ਾ ਹੀ ਇਹਨੂੰ ਰਟਨ ਰਵੇ। ਹਰ ਵੇਲੇ ਦਾ ਧਿਆਨ ਉਹਦੇ ਨਾਲ ਜੁੜਿਆ ਰਵੇ, ਉਹਨਾਂ ਦੇ ਬਚਨਾਂ ਤੇ ਚੱਲਦਾ ਰਵੇ। ਬਈ ਇਹ ਜੀਵਨ ਜਿਹੜਾ ਆ ਇਹਦਾ ਬਹੁਤ ਵਧੀਆ ਲੰਘ ਜਾਏਗਾ। ਮੁੱਕਣਾ ਤਾਂ ਹੈ ਹੀ ਆ, ਹਰ ਇੱਕ ਦਾ, ਕੋਈ ਐਸਾ ਨਹੀਂ। ਲੰਘਣੇ ਨੇ ਇਹ ਕੋਈ ਜਿਹੜਾ ਸੱਚਾਈ ਹੈ ਉਹ ਤਾਂ ਬਈ ਹੈਗੀ ਹੈ, ਪਰ ਆਪਣਾ ਕੰਮ ਕਰਕੇ ਜਾਏਗਾ ਤੇ ਬਈ ਇਹਨੂੰ ਵਡਿਆਈ ਮਿਲੇਗੀ। ਉਹ ਜਿਸ ਤਰ੍ਹਾਂ ਫਰਮਾਇਆ ਕਿ ਬਹੁਤ ਸ਼ੋਭਾ ਪਾਈ, ਉਹ ਜਿਹੜੇ ਮੁੱਖ ਉਜਲੇ ਹੋਣਗੇ ਉਹਨਾਂ ਨੂੰ ਫਿਰ ਸ਼ੋਭਾ ਮਿਲਦੀ ਹੈ। ਇਸ ਲਈ ਹਮੇਸ਼ਾ ਸਤਿਗੁਰਾਂ ਦੇ ਅੱਗੇ ਫਰਿਆਦ ਕਰੀਏ ਕਿ ਸਤਿਗੁਰ ਜੀ ਸਾਨੂੰ ਨਿਮਰਤਾ ਬਖਸ਼ਣ, ਆਪਣਾ ਭਰੋਸਾ ਬਖਸ਼ਣ, ਭਾਵ ਬਖਸ਼ਣ। ਜਿਹੜਾ ਪਿੱਛੇ ਆਇਆ ਕਿ ਜਿੰਨੀ ਡਿੱਠਾ ਮੇਰਾ ਸਤਿਗੁਰੂ ਭਾਓ ਭਾਓ ਕਰ, ਜਿਨ੍ਹਾਂ ਨੇ ਮਨ ਦੇ ਵਿੱਚ ਪਿਆਰ ਆ ਗਿਆ, ਉਹ ਜਿਨ੍ਹਾਂ ਨੇ ਉਹ ਅੰਦਰ ਸਤਿਗੁਰਾਂ ਦਾ ਡਰ ਆ ਗਿਆ, ਜਿਹਦੇ ਅੰਦਰ ਉਹ ਭਗਤੀ ਆ ਗਈ, ਉਹ ਫਿਰ ਜਿਹੜੇ ਸਤਿਗੁਰਾਂ ਦਾ ਸੰਗ ਕਰਦੇ ਨੇ, ਉਹਨਾਂ ਦੀ ਉਹ ਜਿਹੜੀ ਹੈ ਦਸ਼ਾ ਬਦਲਦੀ ਹੈ। ਜਿਹੜੀ ਆਪਣੀ ਤੇ ਕਿੱਲੀ ਉੱਥੇ ਹੀ ਰੱਖਦੇ ਨੇ, ਕਹਿੰਦੇ ਨੇ ਦੇਖੋ ਜੀ ਮੈਂ ਤਾਂ ਨਹੀਂ ਜੇ ਬਦਲਣਾ, ਪਰ ਆਹ ਠੀਕ ਕਰ ਦਿਓ, ਮੇਰੇ ਵਾਸਤੇ ਸਾਰੀ ਦੁਨੀਆ ਨੂੰ ਬਦਲ ਦਿਓ। ਨਹੀਂ ਵੀ ਉਹ ਕਿਸੇ ਨੂੰ ਬਦਲਣ ਨਹੀਂ ਆਉਂਦਾ, ਉਹ ਬਦਲਣ ਆਏ ਨੇ ਸਾਨੂੰ। ਜਿਹੜਾ ਸੁੱਖ ਚਾਹੁੰਦਾ, ਜਿਹਨੂੰ ਸੁੱਖ ਦੀ ਚਾਹ ਆ, ਉਹਨੂੰ ਬਦਲਣਾ ਪਏਗਾ। ਉਹ ਇਹ ਕਹੇਗਾ ਕਿ ਮੈਂ ਸੁਖੀ ਹੋਣਾ ਚਾਹੁੰਦਾ ਤੇ ਮੇਰੇ ਵਾਸਤੇ ਤੁਸੀਂ ਕਿਸੇ ਨੂੰ ਬਦਲ ਦਿਓ, ਨਹੀਂ, ਉਹ ਨਹੀਂ ਕਦੀ ਬਦਲਿਆ ਜਾਏਗਾ। ਜਿਹਨੂੰ ਮਨ 'ਚ ਆ ਗਿਆ ਕਿ ਮੈਂ ਸੁਖੀ ਹੋਣਾ ਹੈ, ਮੈਂ ਅੱਗੇ ਵਧਣਾ ਹੈ, ਮੈਂ ਇਹਨਾਂ ਦੁੱਖਾਂ ਸੁੱਖਾਂ ਨੂੰ ਪਾਰ ਕਰਕੇ ਉਸ ਜਿਹੜੀ ਆ ਪਰਮ ਪਦ ਵਾਲੀ ਜਿਹੜੀ ਆ ਜਗ੍ਹਾ ਉੱਤੇ ਪਹੁੰਚਣਾ ਹੈ, ਤੇ ਉਹ ਫਿਰ ਸਤਿਗੁਰਾਂ ਦਾ ਬਚਨ ਮੰਨੇਗਾ। ਸਤਿਗੁਰੂ ਨੂੰ ਐ ਜਿਸ ਤਰ੍ਹਾਂ ਮੱਖਣ 'ਚੋਂ ਵਾਲ ਕੱਢ ਕੇ ਬਾਹਰ ਰੱਖ ਦਿੰਦੇ ਨੇ, ਫਿਰ ਐਸੀ ਜਗ੍ਹਾ ਪਹੁੰਚਾਇਆ। ਔਰ ਜਦੋਂ ਤੱਕ ਅਸੀਂ ਹੌਰੇ ਨਿਉਰੇ ਜਾਂ ਅਸੀਂ ਜਿੱਦਾਂ ਕਰਦੇ ਰਹਿੰਦੇ ਹਾਂ, ਉਦੋਂ ਤੱਕ ਉਹ ਗੱਲ ਨਹੀਂ ਬਣਦੀ। ਉਦੋਂ ਤੱਕ ਉਹ ਜੋ ਜਿੱਥੇ ਹੈਗਾ ਉੱਦਾਂ ਹੀ ਚੱਲਦਾ ਰਹਿੰਦਾ। ਸਤਿਗੁਰਾਂ ਨੇ ਵਚਨ ਫਰਮਾਏ ਕਿ ਬਈ ਗੁਰੂ ਸਾਨੂੰ ਇੱਥੇ ਮੁੰਡੇ ਕੁੜੀਆਂ ਦੇਣ ਨਹੀਂ ਆਉਂਦਾ, ਗੁਰੂ ਸਾਨੂੰ ਇੱਥੇ ਕੋਠੀਆਂ ਕਾਰਾਂ ਦੇਣ ਨਹੀਂ ਆਇਆ, ਗੁਰੂ ਸਾਨੂੰ ਕੋਈ ਬਾਹਰ ਦੀਆਂ ਚੀਜ਼ਾਂ ਮਾਇਆ ਕੋਈ ਇਹੋ ਜਿਹੀ ਦੇਣ ਨਹੀਂ ਆਇਆ। ਉਹ ਤੇ ਸਾਰੀਆਂ ਚੀਜ਼ਾਂ ਨੂੰ ਕੱਢਣ ਵਾਸਤੇ ਆਇਆ ਸਾਨੂੰ, ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਹੀ ਇਹ ਭਾਰ ਉਹੀ ਗੁਬਾਰਾ ਜਿਹੜਾ ਜਿਸ ਤਰ੍ਹਾਂ ਉੱਡਣ ਨਹੀਂ ਦੇ ਰਹੇ, ਇਹਨੂੰ ਆਪਣੇ ਘਰ 'ਚ ਜਾਣ ਨਹੀਂ ਦੇ ਰਹੇ। ਇਸ ਕਰਕੇ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੜ੍ਹਾਂ ਨੂੰ ਵੱਢਣ ਆਏ ਨੇ ਕਿ ਬਈ ਆਪਣੇ ਘਰ ਪਹੁੰਚ ਸਕੇ। ਇਹ ਸਤਿਗੁਰਾਂ ਦੇ ਜਦੋਂ ਉਸ ਮਿਸ਼ਨ ਨੂੰ ਸਮਝੇਗਾ, ਉਸ ਰਸਤੇ ਨੂੰ ਸਮਝ ਕੇ ਚੱਲੇਗਾ, ਤੇ ਬਈ ਇਹਦੇ ਸਾਰੇ ਦੁੱਖ ਦੂਰ ਹੋ ਜਾਣਗੇ। ਜਦੋਂ ਤੱਕ ਉਹ ਚੀਜ਼ ਤੇ ਨਹੀਂ ਆਉਂਦਾ, ਉਦੋਂ ਤੱਕ ਇਹ ਜਿਹੜਾ ਬਾਹਰ ਦਾ ਜਿਹੜਾ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ। ਤੇ ਸਤਿਗੁਰ ਕਿਰਪਾ ਕਰਨ, ਦਇਆ ਕਰਨ, ਸਾਨੂੰ ਸਭ ਨੂੰ ਆਪਣਾ ਸੱਚਾ ਪਿਆਰ ਬਖਸ਼ਣ, ਭਰੋਸਾ ਬਖਸ਼ਣ, ਤਾਂ ਜੋ ਅਸੀਂ ਉਹਨਾਂ ਦੇ ਵਚਨ ਮੰਨ ਕੇ ਉਹਨਾਂ ਦੇ ਰਸਤੇ ਤੇ ਚੱਲ ਕੇ ਥੋੜਾ ਜਿਹੜਾ ਪਰਮ ਸੁੱਖ ਹੈ ਉਹਦੀ ਪ੍ਰਾਪਤੀ ਕਰ ਸਕੀਏ। ਰਾਧਾ ਸੁਆਮੀ ਜੀ, ਰਾਧਾ ਸੁਆਮੀ।